ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਪ੍ਰੋਗਰਾਮ ਪ੍ਰਾਈਮ ਸਪੈਸ਼ਲ 'ਚ ਤੁਹਾਡੀ ਮੁਲਾਕਾਤ ਅੱਜ ਕਰਾਵਾਂਗਾ ਇੱਕ ਐਸੇ ਅਫਸਰ ਦੇ ਨਾਲ ਜਿਹੜੇ ਆਪਾਂ ਨੂੰ ਇਹ ਸਮਝਾ ਦੇਣਗੇ ਕਿ ਵੀ ਜਿਹੜੀ ਚੀਜ਼ ਤੋਂ ਆਪਾਂ ਗਾਹੇ ਬਗਾਹੇ ਤੰਗ ਹੁੰਦੇ ਆ ਉਹਦੇ ਤੋਂ ਆਪਾਂ ਬਚ ਕਿਵੇਂ ਸਕਦੇ ਹਾਂ। ਅਤੇ ਅਸਲ ਦੇ ਵਿੱਚ ਕਿਤੇ ਇੱਦਾਂ ਤਾਂ ਨਹੀਂ ਕਿ ਵੀ ਆਪਾਂ ਜਾਣਬੁੱਝ ਕੇ ਉਸ ਰਾਹ ਜਾਂਦੇ ਹਾਂ। ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸੱਦਾ ਦਿੱਤਾ ਹੈ SSP ਵਿਜੀਲੈਂਸ ਜਲੰਧਰ ਰੇਂਜ ਸਰਦਾਰ ਦਲਜਿੰਦਰ ਸਿੰਘ ਢਿੱਲੋਂ ਹੋਰਾਂ ਨੂੰ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਧੰਨਵਾਦ। ਢਿੱਲੋਂ ਸਾਹਿਬ, ਪਹਿਲਾਂ ਤਾਂ ਇਹੀ ਗੱਲ ਦੱਸ ਦਿਓ ਕਿ ਵੀ ਜਦੋਂ ਆਪਾਂ ਵਿਜੀਲੈਂਸ ਦਾ ਨਾਂ ਸੁਣਦੇ ਹਾਂ ਤਾਂ ਬੰਦੇ ਦੇ ਦਿਮਾਗ 'ਚ ਆਉਂਦਾ ਵੀ ਉਹ ਬਚੋ ਯਾਰ ਕਿਤੇ ਕਾਬੂ ਨਾ ਆ ਜਾਏ ਇਹਨਾਂ ਦੇ। ਪਰ ਮੁਸ਼ਕਿਲ ਇਹ ਹੈ ਕਿ ਵੀ ਇਹ ਇੰਨਾ ਕੁ ਅਦਾਰਾ ਜਿਹੜਾ ਉਹ ਲੁਕਿਆ ਰਹਿੰਦਾ ਆਮ ਲੋਕਾਂ ਦੀ ਨਜ਼ਰ ਤੋਂ ਕਿ ਜਦੋਂ ਕੋਈ ਅਖਬਾਰ 'ਚ ਖਬਰ ਪੜ੍ਹੀ ਦੀ ਉਦੋਂ ਹੀ ਪਤਾ ਲੱਗਦਾ, ਅਦਰਵਾਈਜ਼ ਧਿਆਨ 'ਚ ਨਹੀਂ ਆਉਂਦੀ ਗੱਲ। ਪਰ ਹੁਣ ਜਿਹੜਾ ਤੁਸੀਂ ਇਸ ਵਕਤ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਹਫ਼ਤਾ ਮਨਾ ਰਹੇ ਹੋ, ਇਹਦੇ ਪਿੱਛੇ ਕੀ ਕਾਰਨ? ਦੇਖੋ, ਪਹਿਲੀ ਗੱਲ ਤਾਂ ਜਿਹੜਾ ਪਹਿਲਾਂ ਤੁਹਾਡਾ ਸਵਾਲ ਆ ਵੀ ਵਿਜੀਲੈਂਸ ਬਿਊਰੋ ਦਾ ਨਾਮ ਲੈਂਦੇ ਤੇ ਲੋਕ ਕਹਿੰਦੇ ਉਹ ਬਚੋ ਯਾਰ। ਨਹੀਂ, ਮੈਂ ਸੱਚ ਹੀ ਕਹਿੰਦਾ, ਮੈਂ ਝੂਠ ਥੋੜ੍ਹਾ ਕਹਿੰਦਾ। ਹਾਂ, ਪਰ ਇਹ ਜਿਹੜਾ ਸਮਝ ਲਓ ਇਹ ਨਾਅਰਾ ਮਾਰਨਾ ਚਾਹੀਦਾ ਜਾਂ ਇਹ ਗੱਲ ਕਹਿਣੀ ਚਾਹੀਦੀ ਆ, ਇਹ ਭ੍ਰਿਸ਼ਟ ਜਿਹੜਾ ਕਰਮਚਾਰੀ ਆ ਜਾਂ ਅਧਿਕਾਰੀ ਆ, ਇਹ ਉਹਦੀ ਜ਼ੁਬਾਨ 'ਚੋਂ ਨਿਕਲੇ। ਪਬਲਿਕ ਦੀ ਜ਼ੁਬਾਨ ਤੋਂ ਅਸੀਂ ਸੁਣਨਾ ਚਾਹੁੰਦੇ ਹਾਂ ਕਿ ਉਹ ਵਿਜੀਲੈਂਸ ਬਿਊਰੋ ਨੂੰ ਇਸ ਨਿਗਾਹ ਨਾਲ ਦੇਖਣ ਕਿ ਇਹ ਅਪਰਾਧ ਰੋਕਣ ਵਾਸਤੇ ਜਾਂ ਭ੍ਰਿਸ਼ਟਾਚਾਰ ਰੋਕਣ ਵਾਸਤੇ ਸਾਡੇ ਰਖਵਾਲੇ ਨੇ। ਬਿਲਕੁਲ ਸਹੀ। ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਆ ਕਿ ਅਸੀਂ ਇਹ ਹਫ਼ਤਾ ਕਿਉਂ ਮਨਾਉਂਦੇ ਹਾਂ ਔਰ ਇਕੱਲਾ ਪੰਜਾਬ 'ਚ ਨਹੀਂ ਮਨਾਇਆ ਜਾਂਦਾ, ਇਹ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਜੀ। ਇਹ ਵਿਜੀਲੈਂਸ ਅਵੇਅਰਨੈਸ ਵੀਕ ਜਿਹੜਾ ਹੈਗਾ, ਇਹ ਜਿਹੜਾ ਚੌਕਸੀ ਹਫ਼ਤਾ ਆ, ਇਹ ਸੈਂਟਰਲ ਵਿਜੀਲੈਂਸ ਕਮਿਸ਼ਨ ਜਿਹੜਾ ਭਾਰਤ ਸਰਕਾਰ ਦਾ ਹੈਗਾ ਉਹਦੀਆਂ ਡਾਇਰੈਕਸ਼ਨਸ 'ਤੇ ਮਨਾਇਆ ਜਾਂਦਾ ਜੀ। ਔਰ ਇਸ ਦਿਨ ਦੀ ਖਾਸੀਅਤ ਇਹ ਕਿ ਇਸ ਦਿਨ ਇਹ ਜਿਹੜਾ ਹਫ਼ਤਾ ਮਨਾਇਆ ਜਾਂਦਾ ਉਹਦੇ 'ਚੋਂ ਇੱਕ ਦਿਨ ਜਿਹੜਾ 31 ਅਕਤੂਬਰ ਆਉਂਦਾ, ਉਸ ਦਿਨ ਸਰਦਾਰ ਵੱਲਭ ਭਾਈ ਪਟੇਲ ਜਿਹੜੇ ਸਾਡੇ ਰਾਸ਼ਟਰ ਨੇਤਾ ਹੋਏ ਨੇ, ਉਹਨਾਂ ਦਾ ਜਨਮ ਦਿਨ ਸੀ। ਸੋ ਉਹਨਾਂ ਦੇ ਜਨਮ ਦਿਨ ਨੂੰ ਇਹਦੇ ਨਾਲ ਜੋੜ ਕੇ ਇਹ ਜਿਹੜਾ ਹੈਗਾ ਚੌਕਸੀ ਹਫ਼ਤਾ ਮਨਾਇਆ ਜਾਂਦਾ। ਠੀਕ ਹੈ। ਅੱਛਾ, ਇੱਕ ਚੀਜ਼ ਦੱਸਿਓ ਢਿੱਲੋਂ ਸਾਹਿਬ ਕਿ ਜਦੋਂ ਆਪਾਂ ਵਿਜੀਲੈਂਸ ਮਹਿਕਮੇ ਦੀ ਗੱਲ ਕਰਦੇ ਹਾਂ ਤਾਂ ਇਹਦੇ 'ਚ ਆਮ ਸਾਦੀ ਬੋਲੀ 'ਚ ਜੇ ਸਮਝਾਉਣਾ ਹੋਵੇ ਤਾਂ ਵਿਜੀਲੈਂਸ ਮਹਿਕਮੇ ਦਾ ਕੰਮ ਕੀ ਹੁੰਦਾ ਜੀ ਮੋਟੇ ਤੌਰ 'ਤੇ? ਮੋਟੇ ਤੌਰ 'ਤੇ ਉੱਤੇ ਜੇ ਜਨਤਾ ਦੀ ਜਾਣਕਾਰੀ ਹਿੱਤ ਵਿੱਚ ਦੱਸੀਏ ਫਿਰ ਤਾਂ ਇਹ ਸੀ ਭ੍ਰਿਸ਼ਟਾਚਾਰ ਰੋਕਣਾ ਹੈ। ਕਿਉਂਕਿ ਜਿਹੜੀ ਪਰ ਹੱਕ ਹਕੂਕ ਕਿੱਥੋਂ ਤੱਕ ਜਾਂਦੇ ਨੇ ਆਪਣੇ, ਮੈਂ ਉਹ ਪੁੱਛ ਰਿਹਾ ਸੀ ਤੁਹਾਨੂੰ। ਜੀ, ਦੇਖੋ, ਜਿਹੜਾ ਨਾਗਰਿਕ ਆ ਉਹਦੇ ਹੱਕ ਹਕੂਕ ਤਾਂ ਪੂਰੇ ਨੇ। ਇਹਦੇ ਵਿੱਚ ਉਹਦੇ ਇੱਕ ਕਹਿ ਲਓ ਕਿ ਉਹਦਾ ਸਾਡੇ ਪਾਸ ਪਹੁੰਚਣ ਦੇ, ਅਧਿਕਾਰਾਂ ਦੀ ਵਰਤੋਂ ਕਰਨ ਦੇ ਜੀ ਔਰ ਸਾਨੂੰ ਇਹ ਕਹਿਣ ਦਾ ਹੱਕ ਰੱਖਣ ਦੇ ਕਿ ਮੇਰੇ ਨਾਲ ਭ੍ਰਿਸ਼ਟ ਤਰੀਕੇ ਨਾਲ ਧੋਖਾ ਹੋ ਰਿਹਾ, ਠੱਗੀ ਹੋ ਰਹੀ ਆ ਜੀ, ਤੇ ਉਹ ਸਾਡੇ ਕੋਲ ਵੇਚ ਚੁਕਾ ਸਕਦਾ। ਸੋ ਸਾਡਾ ਮੇਨ ਕੰਮ ਹੈ ਭ੍ਰਿਸ਼ਟਾਚਾਰ ਰੋਕਣਾ। ਰੋਕਣਾ ਕਿਵੇਂ ਆ? ਰੋਕ ਕੋਈ ਅਸੀਂ ਗੱਲਾਂ ਨਾਲ ਜਾਂ ਕੋਈ ਨਾਅਰਿਆਂ ਨਾਲ ਨਹੀਂ ਰੋਕ ਸਕਦੇ। ਅਸੀਂ ਜੇ ਇਸ ਨੂੰ ਅਪਰਾਧ ਮੰਨਦੇ ਹਾਂ, ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਵਿੱਚ ਇਹ ਆਉਂਦਾ ਜੀ, ਤੇ ਇਹਨੂੰ ਅਪਰਾਧਕ ਗਤੀਵਿਧੀ ਮੰਨਦੇ ਹੋਏ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹਾਂ। ਇਸੇ ਲਈ ਵਿਜੀਲੈਂਸ ਬਿਊਰੋ ਜਿਹੜਾ ਸੰਨ 1972 ਦੇ ਵਿੱਚ ਜਿਹੜਾ ਹੈਗਾ ਪੰਜਾਬ ਦੇ ਵਿੱਚ ਆਜ਼ਾਦੀ ਤੋਂ ਬਾਅਦ ਇਹ ਸੁਚਾਰੂ ਰੂਪ ਵਿੱਚ ਚਾਲੂ ਕੀਤਾ ਗਿਆ ਸੀਗਾ। ਉਸ ਤੋਂ ਪਹਿਲਾਂ ਸਪੈਸ਼ਲ ਇਨਕੁਆਇਰੀ ਏਜੰਸੀ ਦੇ ਨਾਮ 'ਤੇ ਸੀ। 1955 ਤੋਂ ਲੈ ਕੇ 72 ਤੱਕ ਸਪੈਸ਼ਲ ਇਨਕੁਆਇਰੀ ਏਜੰਸੀ ਦੇ ਨਾਮ 'ਤੇ ਕੰਮ ਕਰਦੀ ਰਹੀ, ਪਰ ਬਿਊਰੋ ਉਸ ਤੋਂ ਬਾਅਦ ਬਣਿਆ। ਸੋ ਬਿਊਰੋ ਨੂੰ ਇਖਤਿਆਰਾਤ ਦਿੱਤੇ ਗਏ ਸਰਕਾਰ ਵੱਲੋਂ ਕਿ ਇਹ ਜਿਹੜੀਆਂ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਹੈਗਾ ਉਹਦੇ ਤਹਿਤ ਕਰਪਸ਼ਨ ਦੀਆਂ ਐਕਟੀਵਿਟੀਜ਼ ਨੂੰ ਦੀ ਰੋਕਥਾਮ ਕਰਨ ਲਈ, ਉਹਨਾਂ ਨੂੰ ਪ੍ਰੀਵੈਂਟ ਕਰਨ ਲਈ, ਉਹਨਾਂ ਨੂੰ ਡਿਟੈਕਟ ਕਰਨ ਲਈ, ਜੇਕਰ ਹੋ ਜਾਂਦਾ ਉਹਨੂੰ ਵੀ ਡਿਟੈਕਟ ਕਰਨਾ। ਰੋਕਥਾਮ ਇਹ ਆ ਕਿ ਜੇ ਕਿਤੇ ਹੋ ਰਹੀ ਕਾਰਵਾਈ ਤਾਂ ਉਹਨੂੰ ਰੋਕਣਾ, ਉਹਨੂੰ ਉਸ ਥਾਂ 'ਤੇ ਉਹਦੀ ਰੋਕਥਾਮ ਕਰਨੀ, ਚਾਹੇ ਉਹਨੂੰ ਸਾਨੂੰ ਕਿਸੇ ਨੂੰ ਗ੍ਰਿਫਤਾਰ ਕਰਨਾ ਪਵੇ, ਜਿਹਨੂੰ ਰੰਗੇ ਹੱਥੀਂ ਗ੍ਰਿਫਤਾਰ ਕਹਿੰਦੇ ਆ, ਉਹ ਕਾਰਵਾਈ ਕਰਨੀ ਪਵੇ। ਉਹ ਸਾਰੀਆਂ ਕਾਰਵਾਈਆਂ ਜਿਹੜੀਆਂ ਵਿਜੀਲੈਂਸ ਬਿਊਰੋ ਕਰਦਾ। ਅੱਛਾ ਢਿੱਲੋਂ ਸਾਹਿਬ, ਇੱਕ ਚੀਜ਼ ਹੈ, ਇਹ ਅਖਬਾਰਾਂ ਦੇ ਵਿੱਚ ਕਈ ਵਾਰ ਇਹ ਖਬਰ ਪੜ੍ਹੀ ਜਾਂਦੀ ਜੀ ਵੀ ਫਲਾਣੇ ਥਾਂ ਦੇ ਉੱਪਰ ਫਲਾਣੇ ਬੰਦੇ ਨੂੰ ਅੱਜ ਰੰਗੇ ਹੱਥੀਂ ਕਾਬੂ ਕਰ ਲਿਆ ਜੀ। ਉਹ ਰੰਗੇ ਹੱਥੀਂ ਕਾਬੂ ਕਿੱਦਾਂ ਕੀਤਾ ਜਾਂਦਾ? ਵਾਕਈ ਉਹ ਟਰੈਪ ਕਿਵੇਂ ਕੀਤਾ ਜਾਂਦਾ? ਵਾਕਈ ਹੱਥ ਰੰਗੇ ਜਾਂਦੇ ਆ ਜੀ। ਦੱਸੋ ਕਿਵੇਂ? ਮਤਲਬ ਮੈਂ ਜੇ ਸ਼ਬਦ ਹੀ ਬਣਾਇਆ ਗਿਆ ਜਾਂ ਸੱਚੀ ਹੱਥ? ਨਹੀਂ, ਇਹ ਕਹਾਵਤ ਨਹੀਂ ਆ ਜੀ, ਇਹ ਕੋਈ ਕਹਾਵਤ ਨਹੀਂ ਬਣੀ ਹੋਈ ਰੰਗੇ ਹੱਥੀਂ ਗ੍ਰਿਫਤਾਰ। ਵਾਕਈ ਹੱਥ ਰੰਗੇ ਜਾਂਦੇ ਆ। ਸੋ ਜਿਹੜੀ ਸਾਡੀ ਪ੍ਰਮੁੱਖ ਕਾਰਵਾਈ ਆ ਉਹ ਰੰਗੇ ਹੱਥੀਂ ਵਾਲੀ ਆ। ਮੈਂ ਤਰੀਕਾ ਵੀ ਤੁਹਾਨੂੰ ਦੱਸਦਾ। ਬਿਲ ਫਰਜ਼ ਸਾਡੇ ਪਾਸ ਇੱਕ ਪਬਲਿਕ ਦਾ ਕੋਈ ਵੀ ਜਿਹੜਾ ਹੈਗਾ ਆਮ ਨਾਗਰਿਕ ਸਾਡੇ ਕੋਲ ਆਉਂਦਾ, ਉਹ ਦੱਸਦਾ ਕਿ ਮੈਂ ਫਲਾਣੇ ਆਫਿਸ ਗਿਆ ਸੀਗਾ, ਉੱਥੇ ਮੇਰੀ ਸੁਣਵਾਈ ਨਹੀਂ ਹੋਈ ਔਰ ਗੱਲਾਂ 'ਚ ਹੀ ਮੈਨੂੰ ਉਹਨਾਂ ਨੇ ਟਿਕਾ ਦਿੱਤਾ ਕਿ ਇਹਦੇ 'ਤੇ ਪੈਸੇ ਲੱਗਣਗੇ ਕੰਮ ਕਰਾਉਣ ਦੇ ਵੇਲੇ। ਸਰਕਾਰੀ ਕੰਮ ਆ, ਹੱਕ ਬਣਦਾ ਉਹਦਾ। ਜੇ ਤਾਂ ਗੈਰ ਕਾਨੂੰਨੀ ਕੰਮ ਵਾਸਤੇ ਜਾਂਦਾ ਫਿਰ ਤਾਂ ਚਲੋ ਉਹਨੂੰ ਮਨਾ ਕਰਨਾ ਹੈਗਾ। ਜੇ ਉਹਦਾ ਹੱਕ ਬਣਦਾ ਔਰ ਉਹਨੂੰ ਇਹ ਟਿਕਾ ਦਿੱਤੇ ਗਏ ਕਿ ਇਹਦੇ 'ਤੇ 10,000 ਰੁਪਇਆ ਲੱਗਿਆ, 20,000 ਰੁਪਇਆ ਲੱਗਿਆ, ਬਲਾ ਬਲਾ ਕਰਕੇ ਉੱਪਰ ਤੱਕ ਜਿੱਥੇ ਤੱਕ ਮਰਜ਼ੀ ਰਾਸ਼ੀ ਹੋ ਸਕਦੀ ਹੈ,
ਉਹ ਫਿਰ ਵਿਜੀਲੈਂਸ ਬਿਊਰੋ ਪਾਸ ਅਪਰੋਚ ਕਰਦਾ। ਸਾਡੇ ਪਾਸ ਅਪਰੋਚ ਕਰਨ ਦੇ ਕਾਫੀ ਸਾਰੇ ਸਾਧਨ ਨੇ। ਸਾਡੇ ਜਿਹੜੇ ਆਫਿਸਿਸ ਨੇ ਵਿਜੀਲੈਂਸ ਬਿਊਰੋ ਦੇ, ਉਹ ਹਰੇਕ ਜ਼ਿਲ੍ਹੇ ਦੇ ਵਿੱਚ ਸਾਡਾ ਜ਼ਿਲ੍ਹੇ ਦਾ ਆਫਿਸ ਹੈ, ਜਿੱਥੇ DSP ਜਾਂ SP ਸਾਹਿਬਾਨ ਰੈਂਕ ਦੇ ਜਿਹੜੇ ਹੈਗੇ ਆ, ਉੱਥੇ ਉਹ ਜਿਹੜੇ ਹੈਗੇ ਆ ਉਹ ਬਤੌਰ ਇੰਚਾਰਜ ਤਾਇਨਾਤ ਕੀਤੇ ਜਾਂਦੇ। ਉਹਨਾਂ ਥੱਲੇ ਇਨਵੈਸਟੀਗੇਸ਼ਨ ਸਟਾਫ ਹੁੰਦਾ ਪ੍ਰੋਪਰ। ਮੇਰੀ ਜਿੱਦਾਂ ਬਤੌਰ SSP ਵਿਜੀਲੈਂਸ ਜਲੰਧਰ ਰੇਂਜ ਦੀ ਤੈਨਾਤੀ ਆ, ਮੇਰੇ ਮਤਹਿਤ ਜਿਹੜੇ ਨੇ ਉਹ 3 ਜ਼ਿਲ੍ਹੇ ਕੰਮ ਕਰਦੇ ਨੇ, ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਜੀ। ਉੱਥੇ ਜੇਕਰ ਕੋਈ ਵਿਅਕਤੀ ਸਾਡੇ ਕਿਸੇ ਵੀ ਆਫਿਸ, ਚਾਹੇ ਮੇਰੇ ਆਫਿਸ ਆ ਜਾਵੇ, ਚਾਹੇ ਜ਼ਿਲ੍ਹੇ ਦੇ ਆਫਿਸ 'ਚ ਆ ਜਾਵੇ, ਚਾਹੇ ਸਾਡੇ ਟੋਲ ਫਰੀ ਨੰਬਰ 1800 1800 1000 'ਤੇ 180018001000 'ਤੇ ਅਪਰੋਚ ਕਰੇ, ਜਾਂ ਸਾਡੇ ਵੈਬਸਾਈਟ 'ਤੇ ਪੋਰਟਲ 'ਤੇ ਅਪਰੋਚ ਕਰੇ ਕਿ ਮੇਰੇ ਕੋਲੋਂ ਪੈਸੇ ਮੰਗੇ ਜਾ ਰਹੇ ਆ। ਔਰ ਪਹਿਲਾਂ ਅਸੀਂ ਉਸ ਦੀ ਗੱਲ ਪੂਰੀ ਸੁਣਦੇ ਹਾਂ, ਫਿਰ ਦੇਖਦੇ ਹਾਂ ਇਹਦੇ 'ਚ ਮੰਤਵ ਕੀ ਆ ਪੈਸੇ ਮੰਗਣ ਦਾ। ਕਿਆ ਜਿਹੜਾ ਵਿਅਕਤੀ ਸਾਡੇ ਪਾਸ ਆਇਆ ਉਹ ਸੱਚੀ ਇਤਲਾਹ ਲੈ ਕੇ ਆਇਆ? ਕਿਆ ਇਸ ਤਰ੍ਹਾਂ ਤਾਂ ਨਹੀਂ ਕਿ ਉਹ ਕਿਸੇ ਅਫਸਰ ਨਾਲ ਜਾਂ ਅਧਿਕਾਰੀ ਨਾਲ ਉਹਦੀ ਕੋਈ ਨਿੱਜੀ ਕਿਹੜ ਹੋਵੇ, ਦੁਸ਼ਮਣੀ ਹੋਵੇ, ਉਹ ਦੁਸ਼ਮਣੀ ਕੱਢਦਾ ਪਿਆ ਹੋਵੇ? ਇਹ ਵੀ ਬਹੁਤ ਸਾਰੇ ਕੇਸਿਸ ਵਿੱਚ ਹੁੰਦਾ ਹੈ। ਤੇ ਜੇਕਰ ਅਸੀਂ ਇਸ ਗੱਲ ਨੂੰ ਵੈਰੀਫਾਈ ਕਰ ਲੈਂਦੇ ਹਾਂ ਕਿ ਕੋਈ ਮੰਤਵ ਹੈ ਰਿਸ਼ਵਤ ਲੈਣ ਦਾ, ਕਿਉਂਕਿ ਉਹਦਾ ਕੰਮ ਫਸਿਆ ਹੋਇਆ, ਉਸ ਕੰਮ ਦੇ ਬਦਲੇ ਉਹਦੇ ਕੋਲੋਂ ਪੈਸੇ ਮੰਗੇ ਜਾ ਰਹੇ ਆ, ਫਿਰ ਅਸੀਂ ਉਹਦੀ ਪੂਰੀ ਵੈਰੀਫਿਕੇਸ਼ਨਸ ਕਰਦੇ ਹਾਂ, ਜਿਹਨੂੰ ਅਸੀਂ ਪ੍ਰੀ ਟਰੈਪ ਵੈਰੀਫਿਕੇਸ਼ਨ ਕਹਿੰਦੇ ਹਾਂ। ਟਰੈਪ ਲਾਉਣ ਤੋਂ ਪਹਿਲਾਂ ਵੈਰੀਫਾਈ ਕਰਦੇ ਹਾਂ ਉਹਦੇ ਪੂਰੇ ਦੇ ਪੂਰੇ ਹਾਲਾਤ। ਸਾਡੀ ਤਸੱਲੀ ਹੋਣ 'ਤੇ, ਸਾਡੇ ਸੀਨੀਅਰ ਆਫੀਸਰਸ ਦੀ ਤਸੱਲੀ ਹੋਣ 'ਤੇ ਉੱਥੇ ਟਰੈਪ ਲਾਇਆ ਜਾਂਦਾ। ਟਰੈਪ ਵਿੱਚ ਸਰਕਾਰੀ ਹੋਰ ਕਰਮਚਾਰੀ ਅਧਿਕਾਰੀ ਜਿਹੜੇ ਹੈਗੇ ਉਹ ਸ਼ਾਮਲ ਹੁੰਦੇ ਬਤੌਰ ਸਰਕਾਰੀ ਗਵਾਹ, ਔਰ ਉੱਥੇ ਰਿਸ਼ਵਤ ਲੈਂਦਿਆਂ ਉਹਨੂੰ ਵਾਕਿਆ ਹੀ ਰੰਗੇ ਹੱਥੀਂ ਜਿਹਨੂੰ ਕਾਰਵਾਈ ਕਹਿੰਦੇ ਆ, ਉੱਥੇ ਉਹਨੂੰ ਮੌਕੇ ਦੇ ਉੱਤੇ ਹੀ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ। ਉਹ ਗ੍ਰਿਫਤਾਰੀ ਦੇ ਵਕਤ ਜਿਹੜਾ ਅਸੀਂ ਇਨਵਿਜ਼ੀਬਲ ਪਾਊਡਰ ਲਾਉਂਦੇ ਜਾਂ ਉਹਦੇ ਉੱਤੇ ਇਨਵਿਜ਼ੀਬਲ ਮਟੀਰੀਅਲ ਲੱਗਾ ਹੁੰਦਾ, ਉਹਦੇ ਸਦਕਾ ਜਦੋਂ ਸਪੈਸ਼ਲ ਕਿਸੇ ਅਸੀਂ ਇੱਕ ਲਿਕੁਇਡ ਹੈਗਾ ਉਹਦੇ ਵਿੱਚ ਉਹਦੇ ਹੱਥ ਧੋਏ ਜਾਂਦੇ ਆ, ਜਦੋਂ ਹੱਥ ਧੋਣੇ ਉਹਦਾ ਹੱਥ ਦਾ ਰੰਗ ਲਾਲ ਹੋ ਜਾਂਦਾ। ਅੱਛਾ, ਸੱਚੀ ਹੱਥ ਰੰਗਿਆ? ਹਾਂ, ਸੱਚੀ ਹੱਥ ਰੰਗਿਆ ਜਾਂਦਾ, ਔਰ ਲਿਕੁਇਡ ਵੀ ਲਾਲ ਹੋ ਜਾਂਦਾ, ਹੱਥ ਵੀ ਰੰਗਿਆ ਜਾਂਦਾ। ਤੇ ਜੇ ਕਿਤੇ ਉਹ ਭੁਲੇਖੇ ਨਾਲ ਚੱਕ ਕੇ ਕਮੀਜ਼ ਦੇ ਵਿੱਚ ਪਾ ਲਵੇ ਤਾਂ ਕਮੀਜ਼ ਦਾ ਜੇਬ ਵੀ ਰੰਗੀ ਜਾਂਦੀ ਹੈ, ਉਹ ਵੀ ਲਾਲ ਹੋ ਜਾਂਦੀ ਹੈ। ਸੋ ਜਿੱਥੇ ਜਿੱਥੇ ਉਹ ਕਰੰਸੀ ਨੋਟ ਜਾਂ ਗਿਫਟ, ਜ਼ਰੂਰੀ ਨਹੀਂ ਕਿ ਪੈਸੇ ਦੇ ਨਾਲ ਹੀ ਕੰਮ ਕਰਦਾ ਹੋਵੇ, ਕੁਝ ਵੀ ਹੋਵੇ ਮਤਲਬ। ਹਾਂ, ਅੱਜ ਕੱਲ੍ਹ ਜੇਕਰ ਤੁਸੀਂ ਦੇਖਿਆ ਜਾਵੇ, ਮੋਬਾਈਲ ਫੋਨ ਲੱਖ ਲੱਖ ਰੁਪਏ ਦਾ ਤਾਂ ਮੋਬਾਈਲ ਫੋਨ ਆ ਜੀ। ਲੱਖ ਰੁਪਏ ਨਹੀਂ ਮੰਗਣਾ ਤਾਂ ਮੋਬਾਈਲ ਫੋਨ ਕਿਸੇ ਕੋਲ ਮੰਗ ਲਓ, ਗੱਲ ਤਾਂ ਹੈ ਤਾਂ ਰਿਸ਼ਵਤ ਹੀ ਆ ਨਾ ਜੀ। ਤਾਂ ਉਹ ਜਿਸ ਚੀਜ਼ ਨੂੰ ਵੀ ਹੱਥ ਲਾਏਗਾ ਉਹ ਚੀਜ਼ ਲਾਲ ਹੁੰਦੀ ਜਾਏਗੀ। ਓਕੇ, ਅੱਛਾ, ਪਰ ਇੱਕ ਚੀਜ਼ ਜਿੱਦਾਂ ਤੁਸੀਂ ਹੁਣੇ ਕਿਹਾ ਕਿ ਵੀ ਕਈ ਲੋਕ ਕਿਹੜਬਾਜ਼ੀ ਦਾ ਕਰਕੇ ਬੰਦਾ ਫਸਾਉਣ ਦੀ ਕੋਸ਼ਿਸ਼ ਕਰਦੇ, ਇਹੋ ਜਿਹੇ ਕੇਸ ਵੀ ਸਾਹਮਣੇ ਆਉਂਦੇ ਜੀ? ਕਈ ਵੇਲੇ ਇਸ ਤਰ੍ਹਾਂ ਹੁੰਦਾ ਕਿ ਕਿਸੇ ਦੀ ਕੋਈ ਨਿੱਜੀ ਵੀ ਦੁਸ਼ਮਣੀ ਹੋ ਸਕਦੀ ਆ, ਜਾਂ ਨਿੱਜੀ ਕਿਹੜ ਵੀ ਹੋ ਸਕਦੀ, ਪਰਿਵਾਰਕ ਹੋ ਸਕਦੀ ਆ, ਸਮਾਜਿਕ ਵੀ ਹੋ ਸਕਦੀ ਆ, ਜਾਂ ਇਹ ਕਹਿ ਲਓ ਕਿ ਕਿਸੇ ਵਕਤ ਉਸ ਅਫਸਰ ਨੇ ਉਹਦਾ ਕੋਈ ਕੰਮ ਨਹੀਂ ਕੀਤਾ ਜਿਹੜਾ ਕਿ ਹੋ ਸਕਦਾ ਕਿ ਜਾਇਜ਼ ਨਾ ਹੋਵੇ ਜੀ। ਸੋ ਅਜਿਹੇ ਕਾਰਨਾਂ ਕਰਕੇ ਵੀ ਆਪਣਾ ਇੱਕ ਮੰਤਵ ਬਣਾ ਕੇ ਸਾਡੇ ਕੋਲ ਲੋਕ ਆਉਂਦੇ ਆ ਕਿ ਫਲਾਣੇ ਅਫਸਰ ਨੇ ਸਾਡੇ ਕੋਲੋਂ ਪੈਸੇ ਮੰਗੇ ਆ। ਫਿਰ ਅਸੀਂ ਉਹਨੂੰ ਮੰਤਵ ਪੁੱਛਦੇ ਹਾਂ, ਅਤੇ ਮੰਤਵ ਉਹਨੂੰ ਦੱਸਣਾ ਪੈਂਦਾ, ਕਿਉਂਕਿ ਬਿਨਾਂ ਮੰਤਵ ਤੋਂ ਨਹੀਂ ਅਸੀਂ ਫੜ ਸਕਦੇ ਜੀ। ਕੋਈ ਚੀਜ਼ ਸਰਕਾਰ ਦੇ ਪ੍ਰਤੀ, ਸਰਕਾਰੀ ਦਫ਼ਤਰਾਂ ਦੇ ਵਿੱਚ ਕੋਈ ਚੀਜ਼ ਪੈਂਡਿੰਗ ਹੋਏਗੀ ਕਿਸੇ ਬਿਨੇਕਾਰ ਦੀ, ਤਾਂ ਹੀ ਤਾਂ ਅਸੀਂ ਕਾਰਵਾਈ ਕਰ ਸਕਾਂਗੇ। ਬਿਲਕੁਲ ਸਹੀ। ਉਹ ਸਾਰੀਆਂ ਚੀਜ਼ਾਂ ਵੈਰੀਫਾਈ ਕਰਦੇ ਹਾਂ। ਉਹ ਵੈਰੀਫਾਈ ਕਰਨ ਤੋਂ ਬਾਅਦ ਮਤਲਬ ਕਿ ਜੇ ਅਸੀਂ ਗਿਣਤੀ ਨਾ ਕਰੀਏ ਤਾਂ ਕਾਫੀ ਫੀਸਦੀ ਜਿਹੜੇ ਲੋਕ ਹੈਗੇ ਨੇ ਉਹ ਸਾਡੇ ਕੋਲ ਇਸ ਤਰ੍ਹਾਂ ਦੇ ਵੀ ਆ ਜਾਂਦੇ ਆ ਕਿ ਅੱਗੇ ਉਹ ਮੰਤਵ ਨਹੀਂ ਹੁੰਦਾ, ਇੱਧਰੋਂ ਟਰੈਪ ਲਵਾਉਣ ਆਏ ਹੁੰਦੇ ਆ। ਸੋ ਇਸ ਤਰ੍ਹਾਂ ਦੇ ਵੀ ਕੇਸਿਸ ਹੈਗੇ ਆ, ਐਗਜ਼ਿਸਟ ਕਰਦੇ ਆ। ਮਤਲਬ ਜੇ ਤੁਹਾਡੇ ਕੋਲ ਕਿਸੇ ਨੇ ਆਉਣਾ ਤੇ ਉਹਦਾ ਜਿਹੜਾ ਕੇਸ ਜੈਨੂਅਨ ਹੋਣਾ ਚਾਹੀਦਾ ਤੇ ਮਨਸ਼ਾ ਜਿਹੜੀ ਸਾਫ਼ ਹੋਣੀ ਚਾਹੀਦੀ। ਬਿਲਕੁਲ, ਮਨਸ਼ਾ ਪੂਰੀ ਤਰ੍ਹਾਂ ਸਾਫ਼ ਹੋਣੀ ਚਾਹੀਦੀ ਆ, ਔਰ ਕੇਸ ਵੀ ਕਾਨੂੰਨ ਪੱਖ ਤੋਂ ਉਹਦਾ ਸਹੀ ਹੋਣਾ ਚਾਹੀਦਾ, ਔਰ ਵਾਕਈ ਉੱਧਰੋਂ ਰਿਸ਼ਵਤ ਦੀ ਮੰਗ ਹੁੰਦੀ ਹੋਵੇ ਔਰ ਮੰਤਵ ਵੀ ਹੋਵੇ। ਅੱਛਾ, ਇੱਕ ਚੀਜ਼ ਦੱਸਿਓ, ਇਹ ਜਿਹੜਾ ਤੁਸੀਂ ਜਿਹਨੂੰ ਵੀ ਗ੍ਰਿਫਤਾਰ ਕਰਦੇ ਹੋ, ਫਿਰ ਉਹਦਾ ਜਿਹੜਾ ਕੇਸ ਹੈ ਉਹ ਕਿਤੇ ਚੱਲਦਾ ਪਹੁੰਚਦਾ, ਉਹਨੂੰ ਸਜ਼ਾ ਵੀ ਹੁੰਦੀ ਜੀ ਇਸ ਮਾਮਲੇ 'ਚ? ਜੀ, ਜਦੋਂ ਰੰਗੇ ਹੱਥੀਂ ਗ੍ਰਿਫਤਾਰ ਹੋ ਜਾਂਦਾ ਉਹ ਤਾਂ ਮੌਕੇ ਦੀ ਗ੍ਰਿਫਤਾਰੀ ਹੈ ਜੀ। ਗ੍ਰਿਫਤਾਰੀ ਤੋਂ ਬਾਅਦ ਉਹਦਾ ਜਿਹੜਾ ਅਸੀਂ ਉਹਦੇ ਖਿਲਾਫ ਜਿਹੜੀ ਸਾਡੇ ਕੋਲ ਐਵੀਡੈਂਸ ਹੈ, ਸ਼ਹਾਦਤ ਆ ਉਹਦੇ ਖਿਲਾਫ, ਉਹ ਸ਼ਹਾਦਤ ਨੂੰ ਪੁਖਤਾ ਤੌਰ ਦੇ ਉੱਤੇ ਅਸੀਂ ਔਨ ਫਾਈਲ ਲੈ ਕੇ ਆਉਂਦੇ, ਜਿਹਨੂੰ ਇਨਵੈਸਟੀਗੇਸ਼ਨ ਫਾਈਲ ਕਹਿੰਦੇ ਹਾਂ। ਇਨਵੈਸਟੀਗੇਸ਼ਨ ਫਾਈਲ ਤਿਆਰ ਹੋਣ ਤੋਂ ਬਾਅਦ, ਸਾਰੇ ਪੁਖਤਾ ਸਬੂਤ ਆਉਣ ਤੋਂ ਬਾਅਦ ਉਹਦਾ ਚਲਾਨ ਤਿਆਰ ਹੁੰਦਾ, ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ। ਅਦਾਲਤ ਵਿੱਚ ਫਿਰ ਵਿਜੀਲੈਂਸ ਬਿਊਰੋ ਦੇ ਆਪਣੇ ਅਧਿਕਾਰੀ ਜਿਹਨਾਂ ਨੇ ਟਰੈਪ ਲਾਇਆ, ਟਰੈਪ ਲੇਇੰਗ ਆਫੀਸਰ ਆ, ਨਾਲ ਟੀਮ ਆ, ਟੀਮ ਦੇ ਵਿੱਚ 2 ਇੰਡੀਪੈਂਡੈਂਟ ਵਿਟਨੈਸ ਵੀ ਹੈ ਜਿਹੜੇ ਕਿ ਸਾਡੇ ਮਹਿਕਮੇ ਨਾਲ ਨਹੀਂ ਮੁਤਲਕਾ, ਉਹ ਕਿਸੇ ਵੀ ਡਿਪਾਰਟਮੈਂਟ ਤੋਂ ਸੰਬੰਧਿਤ ਡਿਪਟੀ ਕਮਿਸ਼ਨਰ ਵੱਲੋਂ ਅਪਾਇੰਟ ਕੀਤੇ ਜਾਂਦੇ ਆ। ਉਹਨਾਂ ਦੋਨਾਂ ਦੀ ਗਵਾਹੀ ਹੁੰਦੀ ਆ। ਫਿਰ ਬਹੁਤ ਸਾਰੀਆਂ ਸਾਇੰਟੀਫਿਕ ਗਵਾਹੀਆਂ ਨੇ, ਜਿਵੇਂ FSL ਦੀਆਂ ਰਿਪੋਰਟਾਂ, ਫੋਰੈਂਸਿਕ ਰਿਪੋਰਟਸ ਹੈਗੀਆਂ, ਵਾਇਸ ਰੈਕੋਗਨੀਸ਼ਨ ਰਿਪੋਰਟਸ ਹੈਗੀ ਆ, ਕਰੰਸੀ ਨੋਟਸ ਹੈ, ਉਹਨਾਂ ਦਾ ਜਿਹੜਾ ਘੋਲ ਆ ਉਹਦੀ ਕੈਮੀਕਲ ਰਿਪੋਰਟ ਹੈ। ਇਹ ਸਾਰਿਆਂ ਕਨੈਕਟ ਕਰਕੇ ਫਿਰ ਉਹਨੂੰ ਜਿਹੜੀ ਹੈਗੀ ਆ ਕੋਸ਼ਿਸ਼ ਕੀਤੀ ਜਾਂਦੀ ਕਿ ਉਸ ਭ੍ਰਿਸ਼ਟ ਕਰਮਚਾਰੀ ਨੂੰ ਸਜ਼ਾ ਹੋਵੇ ਜੀ। ਸੋ ਇਹ ਇੱਕ ਵਾਰ ਮੈਂ ਫਿਰ ਦੱਸ ਦਿਆਂ ਜੀ ਕਿ ਅੱਜ ਇਹ ਗੱਲਾਂ ਬਾਤਾਂ ਤੁਹਾਡੇ ਨਾਲ ਕਰਨ ਦਾ ਕਾਰਨ ਇਹ ਹੈ ਕਿ ਇੱਕ ਤਾਂ ਆਪਾਂ ਇਹ ਸਮਝ ਸਕੀਏ ਕਿ ਵੀ ਵਿਜੀਲੈਂਸ ਬਿਊਰੋ ਜਿਹੜਾ ਹੈ ਉਹ ਆਪਣੀ ਮਦਦ ਦੇ ਲਈ ਹੈ, ਹੈਲਪ ਦੇ ਲਈ ਹੈ। ਐਂਡ ਜਿਹੜਾ ਆਪਣੇ ਮਨ ਦੇ ਵਿੱਚ ਇਹ ਹੈ ਕਿ ਵਿਸ਼ਵਾਸ ਨਹੀਂ ਵੱਝਦਾ ਕਿਸੇ ਚੀਜ਼ ਦੇ ਲਈ, ਉਹ ਇਸ ਕਰਕੇ ਵੀ ਹੈ ਕਿ ਆਪਾਂ ਉਸ ਦੁਆਰੇ 'ਤੇ ਜਾਂਦੀ ਨਹੀਂ।
ਸੋ ਇੱਕ ਵਾਰ ਕੋਸ਼ਿਸ਼ ਜ਼ਰੂਰ ਕਰਨੀ ਪਏਗੀ ਅਤੇ ਫਿਰ ਆਪਣੀ ਉਹ ਗੱਲ ਬਣ ਸਕਦੀ ਹੈ। ਇੱਕ ਚੀਜ਼ ਜਦੋਂ ਆਪਾਂ ਆਮ ਲੋਕਾਂ ਦੀ ਮਨਸ਼ਾ ਦੀ ਗੱਲ ਕਰਦੇ ਹਾਂ, ਜਿਹੜੀ ਉਹਨਾਂ ਦੀ ਇਸ ਵਕਤ ਸਾਈਕੀ ਬਣ ਚੁੱਕੀ ਹੈ, ਵੀ ਜੇ ਮੈਂ ਸਰਕਾਰੀ ਦਫ਼ਤਰ ਕੰਮ ਕਰਨ ਜਾਣਾ ਜਾਂ ਕਰਵਾਉਣ ਜਾਣਾ ਤਾਂ ਉਹਨੂੰ ਪਹਿਲਾਂ ਪਤਾ ਹੁੰਦਾ ਵੀ ਯਾਰ ਅੱਛਾ ਇੱਧਰੋਂ ਇੱਕ ਬਾਊ ਹੋਏਗਾ, ਬਾਊ ਦੇ ਅੱਗੇ ਇੱਕ ਬੰਦਾ ਹੋਰ ਹੋਏਗਾ, ਉਹਦੇ ਨੂੰ ਚੰਗਾ ਮੈਂ ਬਾਹਰ ਇੱਕ ਖੋਖੇ 'ਤੇ ਬੰਦਾ ਬੈਠਾ ਉਹਨੇ ਸਾਰਾ ਕੰਮ ਆਪਣਾ ਕਰਾ ਦੇਣਾ ਅਤੇ ਮੈਂ ਇਹਦੇ ਥਰੂ ਜਾਵਾਂ। ਇਹ ਸਾਈਕੀ ਬਣ ਗਈ, ਫਿਰ ਉਹਦਾ ਕੀ ਹੱਲ ਹੈ ਜੀ? ਫਿਰ ਕਿਉਂਕਿ ਉਹਨੂੰ ਪਤਾ ਹੈ ਵੀ ਅੱਗੇ ਜਾ ਕੇ ਤਾਂ ਮੇਰੇ ਕੋਲੋਂ ਪੁੱਛਣਗੇ, ਮੰਗਣਗੇ ਕੁਛ ਨਾ ਕੁਛ, ਤਾਂ ਮੈਂ ਵਾਇਆ ਏਜੰਟ ਹੋ ਜਾਂਦਾ। ਦੇਖੋ, ਇਹ ਮਨੋਦਸ਼ਾ ਇਹ ਕਹਿ ਸਕਦੇ ਹਾਂ ਕਿ ਜਿਹੜਾ ਵੀ ਵਿਅਕਤੀ ਇਹੋ ਜਿਹੀ ਮਨੋਦਸ਼ਾ ਵਾਲਾ ਜਾਂਦਾ ਜਿਹਦੀ ਮਾਨਸਿਕਤਾ ਹੈ ਕਿ ਮੈਂ ਏਜੰਟ ਦੇ ਜ਼ਰੀਏ ਕੰਮ ਕਰਾ ਲਵਾਂ, ਉਹ ਮੈਂ ਸਮਝਦਾ ਕਿ ਬੜੀ ਪਤਲੀ ਮਾਨਸਿਕਤਾ ਦਾ ਬੰਦਾ ਆ। ਉਹਦੀ ਕੁਛ ਆਪਣੀ ਸੈਲਫ ਸਟੈਂਡਿੰਗ ਨਹੀਂ ਹੈ। ਉਹ ਖੜ ਕੇ ਇੱਕ ਜਿੱਦਾਂ ਮੈਂ ਕਹਿੰਦੇ ਨਾ ਵੀ ਕ੍ਰਾਂਤੀਕਾਰੀ ਬੰਦਾ ਨਹੀਂ ਹੋ ਸਕਦਾ, ਖੜ ਕੇ ਨਹੀਂ ਕਹਿ ਸਕਦਾ ਮੇਰਾ ਕੰਮ ਜਾਇਜ਼ ਹੈ ਜੀ, ਤੁਸੀਂ ਕਰੋ, ਕਿਉਂ ਨਹੀਂ ਕਰ ਰਹੇ। ਉਹ ਫਿਰ ਜਦੋਂ ਦਫ਼ਤਰ ਅਜਿਹੇ ਜਾਂਦਾ ਤਾਂ ਉੱਥੇ ਅੱਜ ਕੱਲ੍ਹ ਆਮ ਵੇਖਣ ਵਿੱਚ ਆਇਆ ਕਈ ਦਫ਼ਤਰਾਂ ਦੇ ਵਿੱਚ ਏਜੰਟ ਜਿਹੜੇ ਆ ਆਪਣੀ ਰੋਜ਼ੀ ਰੋਟੀ ਚਲਾਉਣ ਲਈ ਦਫ਼ਤਰਾਂ ਦੇ ਦੁਆਰੇ ਗੇੜੇ ਕੱਢਦੇ ਆ ਜੀ। ਉਹ ਤੁਹਾਡੀ ਫੇਸ ਰੀਡਿੰਗ ਤੋਂ ਪਛਾਣ ਲੈਂਦੇ ਕਿ ਬੰਦਾ ਕੰਮ ਕਰਾਉਣ ਆਇਆ ਅਤੇ ਇਹਦੇ ਕੋਲੋਂ ਤਾਂ ਆਪਣੇ ਕੋਲੋਂ ਤਾਂ ਕੰਮ ਕਰਵਾ ਨਹੀਂ ਹੋਣਾ, ਅਸੀਂ ਫੜ ਲੈਣਾ ਇਹਦਾ ਕੰਮ। ਉਹ ਬਾਹਰੋਂ ਬਾਹਰ ਉਸ ਬੰਦੇ ਨੂੰ ਕੈਚ ਕਰ ਲੈਂਦੇ ਆ। ਕੈਚ ਕਰਕੇ ਅਤੇ ਫਿਰ ਉਹਦੇ ਨਾਲ ਸੌਦੇਬਾਜ਼ੀ ਸ਼ੁਰੂ ਹੁੰਦੀ ਆ ਕਿ ਤੇਰਾ ਕੰਮ ਆਹ ਕਰਵਾ ਦਿੰਦੇ ਆ, ਤੂੰ ਸਾਨੂੰ ਇੰਨੇ ਪੈਸੇ ਦੇ ਦੇ, ਅੰਦਰ ਵੀ ਸਾਡੀ ਸੈਟਿੰਗ ਆ, ਅੰਦਰ ਵੀ ਕੰਮ ਕਰਾ ਦੇਵਾਂਗੇ। ਸੋ ਇੱਥੇ ਦੱਸਣਾ ਇਹ ਜ਼ਰੂਰੀ ਆ ਕਿ ਜੇਕਰ ਅਜਿਹੇ ਏਜੰਟ ਕੰਮ ਕਰ ਰਹੇ, ਇਹ 100% ਗੈਰ ਕਾਨੂੰਨੀ ਕੰਮ ਆ, 100% ਜੀ। ਔਰ ਜੇਕਰ ਇਸ ਕਾਰਵਾਈ ਦੇ ਦੌਰਾਨ ਸਾਨੂੰ ਪਤਾ ਲੱਗ ਜਾਂਦਾ ਜਾਂ ਸਾਡੇ ਕੋਲ ਕੋਈ ਕੰਪਲੇਨੈਂਟ ਆ ਜਾਂਦਾ, ਅਸੀਂ ਏਜੰਟ ਨੂੰ ਗ੍ਰਿਫਤਾਰ ਕਰਨ ਦੀਆਂ ਜਿਹੜਾ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਆ ਅਮੈਂਡ ਹੋਇਆ 2018 ਦੇ ਵਿੱਚ ਜੀ, ਉਹਦੇ 'ਚ ਸਪੈਸ਼ਲ ਪ੍ਰੋਵੀਜ਼ਨ ਆ ਕਿ ਏਜੰਟ ਦੇ ਥਰੂ ਜਿਹੜੇ ਅਫੀਸ਼ੀਅਲ ਜਿਹੜੇ ਕਿ ਕਰਪਟ ਨੇ, ਉਹ ਜੇ ਕੋਈ ਕਾਰਵਾਈ ਕਰਵਾਉਂਦੇ ਆ ਜਾਂ ਉਹਨਾਂ ਨੂੰ ਵਿਚਾਲੇ ਰੱਖ ਕੇ ਵਿਚੋਲਗੀ ਕਰਵਾਉਂਦੇ ਆ, ਅਤੇ ਅਫਸਰ ਵੀ ਉਨਾ ਹੀ ਕਸੂਰਵਾਰ ਹੈ ਅਤੇ ਏਜੰਟ ਵੀ ਉਨਾ ਹੀ ਕਸੂਰਵਾਰ ਹੈ। ਅਤੇ ਜਿੱਥੇ ਏਜੰਟ ਫੜਿਆ ਜਾਂਦਾ, ਦੇਖੋ ਜੋ ਪੈਸੇ ਲੈਣੇ ਆ ਅਤੇ ਏਜੰਟ ਨੇ ਲੈਣੇ ਆ ਜੀ, ਅਤੇ ਏਜੰਟ ਦਾ ਕਨੈਕਸ਼ਨ ਅੰਦਰ ਹੈ। ਅਤੇ ਪਬਲਿਕ ਡਿਲੀਵਰੀ ਸਿਸਟਮ ਜਿਹੜਾ ਆ, ਬਿਲ ਫਰਜ਼ ਕਰ ਲਓ, ਤੁਸੀਂ ਕਿਸੇ ਕੰਮ ਵਾਸਤੇ ਗਏ ਆ, ਤੁਸੀਂ ਆਪਣੇ ਬਰਥ ਦਾ ਸਰਟੀਫਿਕੇਟ ਬਣਾਉਣਾ ਜੀ ਜੀ। ਸੋ ਗੌਰਮੈਂਟ ਨੇ ਬੜੇ ਸੁਚੱਜੇ ਢੰਗ ਨਾਲ ਆਪਣੇ ਜਿਹੜੇ ਹੈਗੇ ਆ ਸੁਵਿਧਾ ਕੇਂਦਰ ਸ਼ੁਰੂ ਕੀਤੇ ਹੋਏ ਆ, ਔਰ ਤੁਸੀਂ ਉੱਥੇ ਔਨਲਾਈਨ ਫਾਰਮ ਭਰਦੇ ਆ, ਤੁਹਾਡੀ ਫੀਸ ਲੈਂਦੇ ਆ, ਔਰ ਉੱਥੇ ਤੁਸੀਂ ਕਲੈਕਟ ਕਰਨੇ ਆ। ਉਹ ਪਬਲਿਕ ਡਿਲੀਵਰੀ ਸਿਸਟਮ ਆ, ਉਹ ਇੱਕ ਏਜੰਸੀ ਬੈਠੀ ਆ ਜਿਹੜੀ ਕਿ ਇਨ ਐਗਰੀਮੈਂਟ ਆ ਗੌਰਮੈਂਟ ਦੇ ਨਾਲ, ਔਰ ਔਨ ਬਿਹਾਫ ਆਫ ਦ ਗੌਰਮੈਂਟ ਉਹ ਕੰਮ ਕਰ ਰਹੀ ਹੈ ਬੀਇੰਗ ਏ ਪਬਲਿਕ ਸਰਵੈਂਟ। ਸੋ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨੂੰ ਡਿਲੀਵਰ ਕਰਨਾ। ਇਸ ਤਰ੍ਹਾਂ ਕਈ ਡਿਪਾਰਟਮੈਂਟ ਸਿੱਧੇ ਤੌਰ 'ਤੇ ਤੁਹਾਨੂੰ ਕੁਛ ਡਿਲੀਵਰ ਕਰਕੇ ਦਿੰਦੇ ਆ। ਜਿਹੜਾ ਵਾਇਆ ਮੀਡੀਆ, ਸ਼ਾਰਟਕਟ ਮੀਡੀਆ ਵਿੱਚ ਵਿਚੋਲਗੀ ਵਾਲਾ, ਕਿ ਵਿਚੋਲਾ ਉੱਧਰੋਂ ਉਹ ਫੈਸਿਲਿਟੀ ਲੈ ਕੇ ਤੁਹਾਨੂੰ ਹੈਂਡਓਵਰ ਕਰ ਰਿਹਾ ਹੈਗਾ, ਇਹ ਤਾਂ ਕਿਤੇ ਵੀ ਐਕਸੈਪਟੇਬਲ ਨਹੀਂ ਹੈ। ਅਤੇ ਜੇਕਰ ਡਿਲੀਵਰੀ ਕਰਦਾ ਉਹ ਫੜਿਆ ਜਾਂਦਾ, ਔਰ ਤੁਸੀਂ ਕ੍ਰਾਂਤੀਕਾਰੀ ਥੋੜ੍ਹੇ ਜਿਹੇ ਹੋ ਕੇ ਸਾਡੇ ਪਾਸ ਆ ਜਾਂਦੇ ਆ ਔਰ ਕਹਿ ਦਿੰਦੇ ਆ ਕਿ ਮੈਂ ਫੜਾਉਣਾ ਚਾਹੁੰਦਾ ਜੀ, ਦੇਖੋ ਵਿੱਚ ਵਿਚੋਲਗਾ ਪਿਆ ਔਰ ਪਿੱਛੇ ਜਿਹੜੇ ਹੈਗੇ ਆ ਰਿਸ਼ਵਤ ਦੀ ਮੰਗ ਹੋ ਰਹੀ ਆ, ਉਹ ਅਫਸਰ ਸਾਹਮਣੇ ਨਹੀਂ ਹੈ ਪਰ ਵਿਚੋਲਾ ਸਾਹਮਣੇ ਆ, ਤਾਂ ਅਸੀਂ ਦੋਨਾਂ ਦੇ ਖਿਲਾਫ ਕਾਰਵਾਈ ਕਰਦੇ ਹਾਂ। ਇਹਦੇ 'ਚ ਪਰ ਇੱਕ ਗੱਲ ਇਹ ਵੀ ਹੁੰਦੀ ਹੈ ਨਾ ਢਿੱਲੋਂ ਸਾਹਿਬ, ਕਿ ਬੰਦਾ ਸੋਚਦਾ ਵੀ ਯਾਰ ਛੋਟਾ ਜਿਹਾ ਕੰਮ ਹੈ, ਮੈਨੂੰ ਜੇ ਚੱਲ 200 400 500 ਮੰਗਦਾ ਵੀ ਅਗਲਾ, ਅਤੇ ਮੈਂ ਹੁਣ ਇਹਦੇ ਲਈ ਇੱਧਰ ਨੂੰ ਜਾਵਾਂ ਅਤੇ ਉਹਦੇ ਨੂੰ ਚੰਗਾ ਵੀ ਮੈਂ ਦੇ ਕੇ ਪਰਾਂ ਖਹਿੜਾ ਛਡਾਂ। ਮਤਲਬ ਜਿਹੜਾ ਹਰੇਕ ਬੰਦਾ ਇਹ ਚਾਹੁੰਦਾ ਨਹੀਂ ਕਿ ਵੀ ਯਾਰ ਜੇ ਮੈਂ ਇੱਕ ਵਾਰ ਫਸ ਗਿਆ ਅਤੇ ਮੈਂ ਖੁਦ ਕਾਨੂੰਨੀ ਉਲਝਣ 'ਚ ਆ ਜਾਊਂਗਾ। ਜਿਹੜਾ ਬੰਦਾ ਸ਼ਿਕਾਇਤ ਕਰਤਾ ਹੁੰਦਾ ਉਹਨੂੰ ਕਿੰਨੀ ਕੁ ਮੁਸ਼ਕਿਲ ਆਉਂਦੀ ਹੈ ਸਾਰੇ ਕੁਛ 'ਚ? ਦੇਖੋ, ਇਹਦੇ 'ਚ ਕੋਈ ਅੜਚਨ ਵਾਲੀ ਗੱਲ ਨਹੀਂ। ਬੜਾ ਇਹ ਸਮਝ ਲਓ ਇੱਕ ਕਿਸਮ ਦੀ ਆਪੇ ਹੀ ਘੜੀ ਹੋਈ ਇੱਕ ਰਚਨਾ ਹੈਗੀ ਆ, ਜਿਹਦੇ 'ਚ ਅਸੀਂ ਕਹਿ ਦਿੰਦੇ ਹਾਂ ਕਿ ਕਾਨੂੰਨੀ ਅੜਚਨ 'ਚ ਫਸ ਜਾਵਾਂਗੇ। ਔਰ ਆਮ ਲੋਕਾਂ ਨੂੰ ਪੁੱਛ ਲਓ, ਛੱਡੋ ਪਰਾਂ ਕੀ ਪਰਚਾ ਦਰਜ ਕਰਾਓ, ਛੱਡੋ ਭਲਾ ਕੀ ਵਿਜੀਲੈਂਸ ਬਿਊਰੋ ਕੋਲ ਜਾਣਾ, ਕੱਲ੍ਹ ਨੂੰ ਸਾਡਾ ਦੁਸ਼ਮਣ ਬਣੇਗਾ। ਇਸੇ ਕਰਕੇ ਲੋਕ ਜਾਂਦੇ ਧਾਰਨਾ ਬੇਹੱਦ ਗਲਤ ਆ। ਔਰ ਸਾਡਾ ਆਪਣਾ ਪ੍ਰੈਕਟੀਕਲ ਤਜਰਬਾ ਹੈਗਾ ਕਿ ਜੇਕਰ ਵਿਜੀਲੈਂਸ ਬਿਊਰੋ ਦੇ ਪਾਸ ਕੋਈ ਬੰਦਾ ਆਉਂਦਾ ਆ, ਕੋਈ ਉਹਨੂੰ ਅੜਚਨ ਆ, ਕੋਈ ਤਕਲੀਫ ਆ, ਔਰ ਅੱਗੇ ਰਿਸ਼ਵਤ ਦੀ ਮੰਗ ਹੋ ਰਹੀ ਆ, ਔਰ ਉਹ ਰਿਸ਼ਵਤ ਵਾਲੇ ਅਧਿਕਾਰੀ ਕਰਮਚਾਰੀ ਨੂੰ ਸਾਡੇ ਜ਼ਰੀਏ ਉਹ ਕਾਨੂੰਨੀ ਕਾਰਵਾਈ ਕਰਵਾਉਂਦਾ, ਉਹ ਅਧਿਕਾਰੀ ਉਹ ਫੜਿਆ ਜਾਂਦਾ ਇਸ ਕਾਰਵਾਈ ਦੇ ਦੌਰਾਨ, ਅੱਗੇ ਨੂੰ ਸਾਰਾ ਮਹਿਕਮਾ ਚੌਕਸ ਹੋ ਜਾਂਦਾ। ਮੈਨੂੰ ਲੱਗਦਾ ਨਹੀਂ ਉਹਨੂੰ ਕਦੀ ਫਿਊਚਰ ਵਿੱਚ ਵਿਜੀਲੈਂਸ ਬਿਊਰੋ ਪਾਸ ਜਾਣ ਦੀ ਲੋੜ ਪੈਂਦੀ ਹੋਏਗੀ। ਉਹਦਾ ਨਾਮ ਹੀ ਜਿਹਨੂੰ ਕਹਿੰਦਾ ਵੀ ਨਾਮ ਚੱਲਣ ਲੱਗ ਪੈਂਦਾ ਕਿ ਰਮੇਸ਼ ਬਾਊ ਜੀ ਅੱਜ ਆਫਿਸ ਆਏ ਸੀਗੇ, ਉਹਨਾਂ ਦਾ ਕੰਮ ਜਾਇਜ਼ ਸੀਗਾ, ਅਤੇ ਪਿਛਲੀ ਵਾਰੀ ਉਹਨਾਂ ਨੇ ਫਲਾਨੇ ਅਧਿਕਾਰੀ ਨੂੰ ਨਹੀਂ ਸੀ ਛੱਡਿਆ, ਉਹਨੂੰ ਫੜਾ ਦਿੱਤਾ ਸੀਗਾ, ਤਾਂ ਆਪਣੇ ਆਪ ਹੀ ਜਿਹੜਾ ਉਹਦਾ ਕੰਮ ਹੋਣ ਵਾਲਾ ਮੈਨੂੰ ਲੱਗਦਾ ਅੱਧੇ ਘੰਟੇ 'ਚ ਹੋਣ ਵਾਲਾ 15 ਮਿੰਟਾਂ 'ਚ ਕਰ ਦਿੰਦੇ ਆ, ਜੇ ਕਿਤੇ ਇਹੋ ਜਿਹੀ ਕਰਪਸ਼ਨ ਹੈ। ਕਿਉਂਕਿ ਮੈਂ ਮਾਫ਼ ਕਰਨਾ ਕਿ ਸਾਰੀਆਂ ਉਂਗਲਾਂ ਬਰਾਬਰ ਨਹੀਂ ਹੈ। ਬਹੁਤ ਸਾਰੇ ਅਧਿਕਾਰੀ ਕਰਮਚਾਰੀ ਜਿਹੜੇ ਹੈਗੇ ਆ ਉਹ ਬੜੀ ਮਿਹਨਤ ਨਾਲ, ਬੜੀ ਆਪਣੀ ਤਨਦੇਹੀ ਨਾਲ ਕੰਮ ਕਰਦੇ ਆ, ਪਰ ਕੁਛ ਜਿਹੜੀਆਂ ਤੁਸੀਂ ਕਹਿ ਸਕਦੇ ਭੈੜੀਆਂ ਮੱਛੀਆਂ ਉਹ ਸਾਰੇ ਤਲਾਅ ਨੂੰ ਗੰਦਾ ਕਰਦੀਆਂ, ਉਹ ਕੁਛ ਫੀਸਦੀ ਆ। ਜੇਕਰ ਅਜਿਹਾ ਚੱਲਣ ਹੈਗਾ ਤਾਂ ਮੈਨੂੰ ਲੱਗਦਾ ਕਿ ਕਿਸੇ ਕਿਸਮ ਦੀ ਡਰਨ ਦੀ ਲੋੜ ਨਹੀਂ। ਅਸੀਂ ਹਮੇਸ਼ਾ ਉਹਦੇ ਨਾਲ ਹਾਂ ਔਰ ਉਹਦੀ ਪੈਰਵਾਈ ਕਰਦੇ ਰਹਿੰਦੇ ਉਸ ਆਦਮੀ ਦੀ। ਜੇਕਰ ਉਹਨੂੰ ਕਿਤੇ ਵੀ ਕੋਈ ਕੰਮ ਪੈਂਦਾ, ਚਾਹੇ ਇੱਥੇ ਆ, ਚਾਹੇ ਪਟਿਆਲੇ ਆ, ਚਾਹੇ ਫਰੀਦਕੋਟ ਆ, ਉਹ ਸਾਡੇ ਵਾਸਤੇ
ਸਾਡਾ ਇੱਕ ਸਰੋਤ ਹੈ, ਸਾਡੇ ਵਾਸਤੇ ਇੱਕ ਐਸਟ ਹੈ ਸਾਡੇ ਵਾਸਤੇ। ਉਹ ਭਵਿੱਖ ਵਿੱਚ ਵੀ ਸਰਕਾਰ ਦੇ ਕੰਮ ਆਏਗਾ, ਅਸੀਂ ਉਹਦੇ ਕੰਮ ਆਵਾਂਗੇ। ਅੱਛਾ ਜੀ, ਇਹ ਗੱਲ ਨੋਟ ਕਰਨ ਵਾਲੀ ਜੀ। ਮੈਂ ਕਰਾਂ ਫਿਰ ਤੁਹਾਨੂੰ ਦੁਹਰਾ ਕੇ ਦੱਸ ਦਿਆਂ ਕਿ ਵੀ ਜੇ ਇੱਕ ਵਾਰ ਆਪਾਂ ਇਸ ਪਾਸੇ ਜਾਂਦੇ ਹਾਂ ਤਾਂ ਵਿਜੀਲੈਂਸ ਬਿਊਰੋ ਜਿੱਥੇ ਆਪਣਾ ਇੱਕ ਵਾਰ ਕੰਮ ਕਰਵਾਉਂਦੀ ਹੈ, ਉੱਥੇ ਨਾਲ ਦੀ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣਾ ਜੇ ਵੀ ਕਿਤੇ ਵੀ ਲੋੜ ਪਵੇ ਤਾਂ ਉੱਥੇ ਆਪਣਾ ਸਾਥ ਵੀ ਦਿੰਦੀ ਹੈ। ਪਰ ਇੱਕ ਚੀਜ਼ ਇਹ ਵੀ ਹੈ ਢਿੱਲੋਂ ਸਾਹਿਬ, ਇੱਥੇ ਜੇ ਮੰਨ ਲਓ ਕੰਮ ਮੇਰਾ ਜੈਨੂਅਨ ਵੀ ਆ, ਪਰ ਉਹਦੇ ਲਈ ਥੋੜ੍ਹਾ ਸਮਾਂ ਲੱਗਣਾ, ਅਤੇ ਫਿਰ ਮੈਂ ਸੋਚਦਾ ਵੀ ਯਾਰ ਲੈ ਮੈਂ ਤਾਂ ਫਲਾਨਾ ਸਾਹਿਬ ਹੈ ਅਤੇ ਮੈਂ ਹੁਣ ਲੈਣ 'ਚ ਲੱਗਾ ਫਿਰਾਂ ਪਿਆ, ਇੱਦਾਂ ਕਰਕੇ ਕਰ ਲਈਏ। ਉਹਦਾ ਫਿਰ ਕੀ ਹੱਲ ਹੈ? ਉਹਦਾ ਕੋਈ ਹੱਲ ਨਹੀਂ। ਜੋ ਝੂਠੀ ਤੁਹਾਡਾ ਸਵੈਮਾਨ ਦੀ ਪੂਰਤੀ ਨਹੀਂ ਹੋ ਰਹੀ ਐਕਚੁਅਲੀ। ਫੋਕੀ ਟੌਰ, ਝੂਠਾ ਸਵੈਮਾਨ ਵੀ ਮੈਂ ਤਾਂ ਲਾਈਨ 'ਚ ਲੱਗਣਾ ਹੀ ਨਹੀਂ, ਸਾਡੇ ਤਾਂ ਪਰਿਵਾਰ 'ਚੋਂ ਨਹੀਂ ਕੋਈ ਲੱਗਿਆ, ਤੂੰ ਛੋਟੇ ਕਿਵੇਂ ਜਾ ਕੇ ਲਾਈਨ 'ਚ ਲੱਗਣਾ? ਆਪਣੇ ਪੁੱਤਰ ਨੂੰ ਵੀ ਇਹੀ ਦੱਸਦਾ, ਤੂੰ ਫਲਾਨਾ, ਤੂੰ ਲਾਈਨ 'ਚ ਕਿਵੇਂ ਜਾ ਕੇ ਲੱਗੂਗਾ? ਮੈਂ ਫੋਨ ਕਰ ਦਿੰਦਾ, ਮੈਨੂੰ ਆਹ ਜਾਣਦਾ, ਮੈਂ ਫੋਨ ਕਰ ਦਿੰਦਾ, ਤੇਰਾ ਕੰਮ ਆਪੇ ਹੀ ਹੋ ਜਾਊ। ਉੱਥੇ ਆਪਣਾ ਬੰਦਾ ਹੈਗਾ, ਉਹ ਪੈਸੇ ਲੈ ਕੇ ਕੰਮ ਕਰਦਾ। ਆਪਾਂ ਬੱਚਿਆਂ ਨੂੰ ਕੀ ਦੱਸ ਰਹੇ ਹਾਂ? ਆਪਾਂ ਬੱਚਿਆਂ ਨੂੰ ਫੀਡ ਕੀ ਕਰ ਰਹੇ ਹਾਂ ਸ਼ੁਰੂ ਤੋਂ? ਉਹਨਾਂ ਦੇ ਦਿਮਾਗ ਵਿੱਚ ਕੀ ਠੂਸ ਰਹੇ ਆ ਅਜਿਹਾ ਕਿ ਜਿਹੜੇ ਬੱਚੇ ਵੀ ਜਦੋਂ 18 ਸਾਲ ਦਾ ਹੁੰਦਾ ਉਹ ਇਹ ਗੱਲ ਕਹਿੰਦਾ ਕਿ ਸਰਕਾਰੀ ਤਾਂ ਦਫ਼ਤਰ ਜਾਵਾਂਗੇ ਤੇ ਕੁਛ ਨਾ ਕੁਛ ਲੈ ਦੇ ਕੇ ਕੰਮ ਹੋਣਾ। ਕਿਉਂ ਬਈ ਹੋਣਾ? ਸਾਰੇ ਦਫ਼ਤਰ, ਸਾਰੇ ਅਫਸਰ ਇੱਕ ਬਰਾਬਰ ਨਹੀਂ ਹਨ। ਜੇਕਰ ਆਪਾਂ ਜਿੱਥੇ ਸਭ ਤੋਂ ਪਹਿਲਾਂ ਉਹਨੂੰ ਸਿੱਖਿਆ ਘਰ ਤੋਂ ਮਿਲਣੀ ਆ, ਉੱਥੇ ਹੀ ਅਜਿਹਾ ਆਪਾਂ ਉਹਦੇ ਆਸੇ ਪਾਸੇ ਤਾਣਾ ਬਾਣਾ ਬੁਣਤਾ, ਫਿਰ ਦੂਸਰੀ ਸਿੱਖਿਆ ਮਿਲਦੀ ਆ ਸਕੂਲਾਂ ਤੋਂ। ਬੱਚਾ ਪੇਰੈਂਟਸ ਦੇ ਨਾਲ ਫਰਜ਼ ਕਰ ਲਓ ਘੰਟਾ 2 ਘੰਟਾ ਆਮੋ ਸਾਹਮਣੇ ਗੱਲ ਕਰਦਾ, ਇੰਨਾ ਕੀ ਸਮਾਂ ਹੁੰਦਾ ਪੇਰੈਂਟਸ ਕੋਲ ਸਵੇਰੇ ਤੇ ਸ਼ਾਮ ਨੂੰ, ਤੇ 7 ਘੰਟੇ ਤੋਂ ਟੀਚਰ ਕੋਲ ਰਹਿੰਦਾ। 7 ਘੰਟਿਆਂ ਵਿੱਚ ਉਹਨੂੰ ਹਿਸਾਬ ਵੀ ਪੜ੍ਹਾਇਆ ਜਾਂਦਾ, ਉਹਨੂੰ ਸੋਸ਼ਲ ਸਿੱਖਿਆ ਵੀ ਪੜ੍ਹਾਈ ਜਾਂਦੀ ਆ, ਉਹਨੂੰ ਕਈ ਹੋਰ ਵਿਸ਼ਿਆਂ 'ਤੇ ਪੜ੍ਹਾਇਆ ਜਾਂਦਾ। ਅਤੇ ਜੇ ਮੋਰਲੀ ਆਪਣੇ ਸਕੂਲੀ ਕਰੀਕਲਮ ਵਿੱਚ ਇਹ ਚੀਜ਼ ਹੋਵੇ ਕਿ ਇਹ ਬੁਰਾਈ ਆ, ਜੇ ਤੁਸੀਂ ਨਹੀਂ ਖੜੇ ਹੋਵੋਗੇ ਤਾਂ ਫਿਰ ਅਗਾਂਹ ਫਿਊਚਰ ਤੁਹਾਡਾ ਸੇਫ ਨਹੀਂ ਹੋ ਸਕਦਾ। ਔਰ ਬੱਚੇ ਨੂੰ ਸਿਖਾਓ। ਅੱਜ ਹੀ ਮੈਂ ਇੱਕ ਕਿਸੇ ਸਕੂਲ ਦੇ ਨਾਲ ਇੰਟਰੈਕਟ ਕਰ ਰਿਹਾ ਸੀ, ਉੱਥੇ ਵੈਬੀਨਾਰ ਸੀ ਸਾਡਾ, ਔਰ ਉਹਨਾਂ ਨੇ ਬਲਕਿ ਮੇਰੇ ਤੋਂ ਸਵਾਲ ਕੀਤਾ ਕਿ ਜੇ ਅਸੀਂ ਬੱਚਿਆਂ ਨੂੰ ਇਸ ਰਾਹ 'ਤੇ ਤੋਰਨਾ ਹੋਵੇ ਤਾਂ ਅਸੀਂ ਕੀ ਕਰੀਏ। ਉਹਨਾਂ ਨੂੰ ਇੱਕ ਮੇਰੇ ਵੱਲੋਂ ਸੁਝਾਅ ਸੀਗਾ, ਮੈਂ ਕਿਹਾ ਜੇ ਤੁਸੀਂ ਇਸ ਰਾਹ 'ਤੇ ਤੋਰਨਾ, ਤੁਹਾਡੇ ਮੈਜੋਰਿਟੀ ਬੱਚੇ 18 ਸਾਲ ਹੋ ਰਹੇ ਆ, ਜਿੱਥੇ ਬਾਲਗ ਹੋਣਾ ਬੱਚੇ ਨੂੰ। ਜਦੋਂ ਬਾਲਗ ਹੁੰਦਾ ਉਹਦੀ ਵੋਟ ਬਣਦੀ ਹੈ, ਉਹਨੇ ਵੋਟ ਵੀ ਕਾਸਟ ਕਰਨੀ ਹੈ, ਉਹਨੂੰ ਫੈਸਿਲਿਟੀ ਗੌਰਮੈਂਟ ਵੱਲੋਂ ਲਾਇਸੈਂਸ ਵੀ ਉਦੋਂ ਮਿਲਣਾ, ਉਹਨੂੰ ਹੋਰ ਵੀ ਫੈਸਿਲਿਟੀਜ਼ ਮਿਲਣੀਆਂ। ਅਤੇ ਤੁਸੀਂ ਕੰਮ ਸਕੂਲ ਤੋਂ ਕਿਉਂ ਨਹੀਂ ਸ਼ੁਰੂਆਤ ਕਰਦੇ? ਫਾਰਮ ਸਕੂਲ 'ਚ ਲੈ ਕੇ ਉਹਨੂੰ ਕਹੋ ਬੇਟਾ ਭਰ, ਅਤੇ ਅਸੀਂ ਸਕੂਲੋਂ ਬੱਸ ਭੇਜਦੇ ਹਾਂ, ਅਤੇ ਤੁਸੀਂ ਜਿਹੜੇ 18 ਸਾਲ ਦੇ ਬੱਚੇ ਸਾਰੇ ਹੋ ਗਏ ਆ, ਅੱਜ ਜਾਓ ਉੱਥੇ ਜਾ ਕੇ ਆਪ ਲਾਈਨ 'ਚ ਲੱਗੋ, ਕੰਮ ਕਰਵਾਓ ਅਤੇ ਮੁੜ ਕੇ ਲਾਇਸੈਂਸ ਲਵੋ। ਇਹ ਜਦ ਤੱਕ ਬੱਚਿਆਂ ਨੂੰ ਤਿਆਰੀ ਨਹੀਂ ਕਰਾਵਾਂਗੇ ਅਸੀਂ ਸਕੂਲਾਂ ਦੇ ਵਿੱਚ, ਘਰਾਂ ਦੇ ਵਿੱਚ, ਔਰ ਜਦ ਤੱਕ ਇਹਨਾਂ ਦੇ ਮਨਾਂ ਵਿੱਚੋਂ ਇਹ ਗੱਲ ਨਹੀਂ ਕੱਢਾਂਗੇ, ਉਨੀ ਦੇਰ ਤੱਕ ਨਹੀਂ ਹੱਲ ਹੋਣੀ। ਕਿਉਂਕਿ ਇੱਕ ਚੀਜ਼ ਸਟਰਾਈਕ ਕਰੀ ਜਾਵੇ ਤਾਂ ਮਨ ਵਿੱਚ ਬੈਠ ਜਾਂਦੀ ਹੈ। ਬਿਲਕੁਲ ਸਹੀ। ਅੱਛਾ, ਇੱਕ ਚੀਜ਼ ਦੱਸਿਓ ਢਿੱਲੋਂ ਸਾਹਿਬ, ਜਿਹੜੇ ਬੰਦੇ ਮੰਨ ਲਓ ਜੇ ਪੰਜਾਬੀ ਆਪਣੇ ਕਈ ਬਾਹਰ ਵੀ ਬੈਠੇ ਆ ਅਤੇ ਉਹਨਾਂ ਦੇ ਇੱਧਰ ਕਈ ਕੰਮ ਨੇ, ਕਿਸੇ ਦੀ ਕੋਈ ਜ਼ਮੀਨ ਜਾਇਦਾਦ ਦਾ ਰੌਲਾ, ਕਿਸੇ ਦਾ ਕੋਈ ਹੋਰ ਘਰ ਦਾ ਕੋਠੀ ਦੇ ਕੰਮ ਦੇ, ਕਈ ਤਰ੍ਹਾਂ ਦੇ ਕੰਮ ਹੁੰਦੇ, ਜਿਹਦਾ ਕਰਕੇ ਅਜੇ ਵੀ ਇੱਧਰਲੇ ਸਰਕਾਰੀ ਦਫ਼ਤਰਾਂ 'ਚ ਉਹਨਾਂ ਨੂੰ ਲੋੜ ਪੈਂਦੀ ਹੈ। ਅਤੇ ਹੁਣ ਇੱਧਰ ਵਾਲੇ ਬਾਊ 'ਤੇ ਹਿਸਾਬ ਲਾ ਲੈਂਦੇ ਆ ਵੀ ਬੰਦੇ ਨੇ ਜੇ ਕੜਾ ਪਾਇਆ ਅਤੇ ਥੋੜ੍ਹਾ ਜਿਹਾ ਐਕਸੈਂਟ ਅੰਗਰੇਜ਼ੀ ਵਾਲਾ, ਅਤੇ ਉਹਨੂੰ ਪਤਾ ਹੁੰਦਾ ਵੀ ਹੁਣ ਇਹਨੇ ਡਾਲਰਾਂ 'ਚ ਹੀ ਦੇਣੇ, ਇਹਨੇ ਰੁਪਈਆਂ ਨਾਲ ਗੱਲ ਨਹੀਂ ਬਣਨੀ। ਉਹਨਾਂ 'ਚ ਵੀ ਕੋਈ ਮਦਦ ਕਰਦੇ ਉਹਨਾਂ ਦੀ? ਬਿਲਕੁਲ। ਜਿੰਨਾ ਦੇਖੋ ਹੱਕ ਭਾਰਤ 'ਚ ਰਹਿਣ ਵਾਲੇ ਆਮ ਨਾਗਰਿਕ ਦਾ ਆ, ਉਹਨਾਂ ਇੱਥੋਂ ਗਏ ਹੋਏ ਜਿਹੜੇ ਬਾਹਰ ਦੀ ਨਾਗਰਿਕਤਾ ਹਾਸਲ ਕਰ ਗਏ, ਉਹਨਾਂ ਦੀਆਂ ਜਾਇਦਾਦਾਂ ਇੱਥੇ ਨੇ, ਉਹਨਾਂ ਦੇ ਸਕੇ ਸੰਬੰਧੀ ਇੱਥੇ ਨੇ, ਉਹਨਾਂ ਨੂੰ ਹੋਰ ਕਈ ਤਰ੍ਹਾਂ ਦੇ ਅਜਿਹੇ, ਉਹਨਾਂ ਦਾ ਕੋਈ ਲਿੰਕ ਨਹੀਂ ਟੁੱਟਿਆ। ਆਪਾਂ ਉਹਨਾਂ ਵੀਰਾਂ ਨੂੰ, ਉਹਨਾਂ ਭੈਣਾਂ ਨੂੰ ਡੀਲਿੰਕ ਨਹੀਂ ਕਰ ਸਕਦੇ ਆਪਣੇ ਸਿਸਟਮ ਨਾਲੋਂ। ਪੂਰੀ ਤਰ੍ਹਾਂ ਲਿੰਕਡ ਨੇ ਉਹਨਾਂ ਦੀ। ਉਹਨਾਂ ਨੂੰ ਜਿਸ ਤਰ੍ਹਾਂ ਦੀ ਫੈਸਿਲਿਟੀ, ਜਿਸ ਤਰ੍ਹਾਂ ਦੀ ਸਹੂਲਤ, ਜਿਸ ਤਰ੍ਹਾਂ ਦੀ ਅਸੀਂ ਸਹਿਯੋਗ ਆਪਣੇ ਨਾਗਰਿਕਾਂ ਨੂੰ ਦਿੰਦੇ ਹਾਂ, ਇਸੇ ਤਰ੍ਹਾਂ ਦਾ ਸਹਿਯੋਗ ਉਹਨਾਂ ਨੂੰ ਆ। ਬਲਕਿ ਮੈਂ ਕਹਾਂਗਾ ਕਿ ਜੇਕਰ ਜਿਹੜੇ NRIs ਨੇ ਸਾਡਾ ਪ੍ਰੋਗਰਾਮ ਸੁਣ ਰਹੇ ਆ ਇਸ ਵੇਲੇ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਆ, ਉਹ ਜ਼ਰੂਰ ਸਾਡੇ ਤਾਈਂ ਪਹੁੰਚ ਕਰਨ। ਸਾਡੇ ਵੈਬਸਾਈਟ ਹੈਗੀ ਆ, ਉੱਥੇ ਤੁਸੀਂ ਪੋਰਟਲ 'ਤੇ ਜਾ ਕੇ ਕਰ ਸਕਦੇ ਹੋ, ਸਾਨੂੰ ਡਾਇਰੈਕਟ ਫੋਨ ਕਰ ਸਕਦੇ ਹੋ। ਸਾਡੇ ਵੈਬਸਾਈਟ 'ਤੇ ਫ਼ੋਨ ਨੰਬਰ ਨੇ, ਉੱਥੇ ਕਾਲ ਕਰਕੇ ਦੱਸੋ ਕਿ ਸਾਡਾ ਇਸ ਤਰ੍ਹਾਂ ਦਾ ਕੰਮ ਸੀ, ਉਹ ਕੰਮ ਨਹੀਂ ਹੋਇਆ, ਉੱਥੇ ਕੁਛ ਪੈਸੇ ਦੀ ਡਿਮਾਂਡ ਕੀਤੀ ਜਾ ਰਹੀ ਹੈ, ਜਾਂ ਨਜਾਇਜ਼ ਤੰਗ ਕੀਤਾ ਜਾ ਰਿਹਾ, ਜਾਂ ਉਹਨਾਂ ਦੀ ਪਾਵਰ ਆਫ ਟਾਰਨੀ ਨੂੰ ਮੰਨਣ ਨੂੰ ਤਿਆਰ ਨਹੀਂ, ਜਿਹੜੀ ਕਿ ਜਾਇਜ਼ ਤਰੀਕੇ ਨਾਲ ਥਰੂ ਐਮਬੈਸੀ ਆਈ ਆ। ਬਹੁਤ ਸਾਰੇ ਕੇਸਿਸ ਨੇ ਇਹੋ ਜਿਹੇ ਕਿ ਜਾਇਜ਼ ਤਰੀਕੇ ਨਾਲ ਪਾਵਰ ਆਫ ਟਾਰਨੀ ਆਪਣੇ ਭਰਾ ਨੂੰ ਭੇਜੀ ਹੋਈ ਆ, ਭੈਣ ਨੂੰ ਭੇਜੀ ਹੋਈ ਆ। ਇੱਥੇ ਦੇਖ ਲੈਂਦੇ ਕਿ ਅਮਰੀਕਾ ਤੋਂ ਪਾਵਰ ਆਫ ਟਾਰਨੀ ਆਈ ਆ ਅਤੇ ਉਹਦਾ ਕੰਮ ਨੂੰ ਲਮਕਾ ਦਈਏ, ਜਾਂ ਜਿਹਨਾਂ 'ਚ ਪ੍ਰਵਿਰਤੀ ਇਹੋ ਜਿਹੀ ਆ ਕਿ ਹਾਂ ਪੈਸੇ ਲਏ ਬਗੈਰ ਕੰਮ ਨਹੀਂ ਕਰਨਾ। ਔਰ ਜ਼ਰੂਰ ਅਪਰੋਚ ਕਰਨ, ਅਸੀਂ ਵੈਲਕਮ ਕਰਾਂਗੇ, ਉਹਨਾਂ ਦਾ ਸਵਾਗਤ ਕਰਾਂਗੇ ਕਿ ਸਾਡੇ ਤਾਈਂ ਉਹਨਾਂ ਨੇ ਵਿਦੇਸ਼ ਤੋਂ ਅਪਰੋਚ ਕੀਤੀ ਆ, ਔਰ ਸਾਨੂੰ ਖੁਸ਼ੀ ਹੋਏਗੀ ਕਿ ਉਹਨਾਂ ਦਾ ਕੁਛ ਅਸੀਂ ਕੰਮ ਸਵਾਰ ਸਕੀਏ। ਨਹੀਂ, ਪਰ ਉਹਦੇ ਲਈ ਤਾਂ ਫਿਰ ਉਹ ਆਪ ਤਾਂ ਬੰਦਾ ਆ ਨਹੀਂ ਸਕਦਾ ਜੀ। ਨਹੀਂ, ਜ਼ਰੂਰੀ ਨਹੀਂ ਹੈ। ਅੱਛਾ ਜੀ।
ਕੁਝ ਅਜਿਹੇ ਕੰਮ ਬਿਲ ਫਰਜ਼ ਉਹਨੇ ਆਪਣੀ ਪਾਵਰ ਆਫ ਅਟਾਰਨੀ ਭੇਜੀ ਹੈ, ਪਾਵਰ ਆਫ ਅਟਾਰਨੀ ਤਾਂ ਇੱਥੇ ਬੈਠਾ। ਕੁਝ ਅਜਿਹੇ ਕੰਮ ਨੇ ਜਿਹੜੇ ਉੱਥੋਂ ਆਨਲਾਈਨ ਕਰ ਸਕਦਾ। ਮੈਂ ਹੁਣ ਤੁਹਾਨੂੰ 2-3 ਕੰਮ ਗਿਣਾ ਦਿੰਦਾ। ਜੀ। ਤੁਸੀਂ ਵਿਦੇਸ਼ ਤੋਂ ਬੈਠੇ ਪੈਨ ਕਾਰਡ ਅਪਲਾਈ ਕਰਦੇ ਆ ਜੀ। ਤੁਸੀਂ ਵਿਦੇਸ਼ ਤੋਂ ਬੈਠੇ OCI ਕਾਰਡ ਅਪਲਾਈ ਕਰਦੇ ਆ, OCI ਕਾਰਡ ਉੱਥੋਂ ਅਪਲਾਈ ਹੁੰਦਾ। ਜੀ। ਉਹਦੇ ਵਾਸਤੇ ਤੁਹਾਨੂੰ ਆਉਣ ਦੀ ਲੋੜ ਨਹੀਂ। ਇਨਕੁਆਇਰੀ ਤੁਹਾਡੀ ਇੱਥੋਂ ਹੁੰਦੀ ਆ। ਤੁਸੀਂ ਆਪਣਾ ਪਿਛੋਕੜ ਦੱਸਦੇ ਆ ਕਿ ਮੇਰੇ ਫਾਦਰ, ਮੇਰੇ ਦਾਦਾ ਜੀ ਫਲਾਣੇ ਪਿੰਡ ਦੇ ਸੀ, ਉੱਥੇ ਉਹਨਾਂ ਦੀ ਇੰਨੇ ਏਕੜ ਜ਼ਮੀਨ ਸੀ, ਮੇਰੇ ਫਾਦਰ ਦੇ ਨਾਮ ਤੇ ਬੋਲੇ ਸੀ, ਮੈਂ ਸਾਲ ਇੰਨੇ ਵਿੱਚ ਇੰਡੀਆ ਚੋਂ ਮਾਈਗ੍ਰੇਟ ਹੋ ਕੇ ਕੈਨੇਡਾ ਚਲਾ ਗਿਆ। ਜਾਂ ਇਹ ਕਹਿ ਲਓ ਕਿ ਮੈਂ ਕੈਨੇਡਾ ਜੰਮਿਆ ਪਰ ਮੇਰੇ ਪਿਤਾ ਜੀ ਕੈਨੇਡਾ ਆਏ ਸੀਗੇ, ਸੋ ਮੈਨੂੰ OCI ਕਾਰਡ ਚਾਹੀਦਾ। ਉਹਦੀ ਸਾਰੀ ਵੈਰੀਫਿਕੇਸ਼ਨ ਪੁਲਿਸ ਮਹਿਕਮਾ ਤੇ ਰੈਵਨਿਊ ਡਿਪਾਰਟਮੈਂਟ ਵੀ ਕਰਦਾ। ਸੋ ਜੇ ਕਿਤੇ ਉੱਥੇ ਉਹਨਾਂ ਨੂੰ ਲੱਗਦਾ ਕਿ ਡਿਲੇ ਹੋ ਰਹੀ ਆ, ਪਿੰਡ ਦੇ ਵਿੱਚ ਆਏ ਆ ਤੇ ਉਹਨਾਂ ਨੇ ਜਿਹੀ ਗੱਲ ਕੀਤੀ ਆ ਕਿ ਜਿਹਨਾਂ ਲੱਗਦਾ ਕਿ ਕੰਮ ਡਾਵਾਡੋਲ ਆ, ਕੋਈ ਸਥਿਤੀ ਇਹੋ ਜਿਹੀ ਬਣ ਗਈ ਆ, ਉਹ ਇਮੀਡੀਏਟਲੀ ਵਿਜੀਲੈਂਸ ਬਿਊਰੋ ਨੂੰ ਸਾਨੂੰ ਕਾਲ ਕਰਨ ਕਿ ਸਾਡਾ ਇਸ ਤਰ੍ਹਾਂ ਦਾ ਕੰਮ ਫਸਿਆ ਹੋਇਆ ਔਰ ਜਾਇਜ਼ ਤਰੀਕੇ ਨਾਲ ਹੋਣ ਵਾਲਾ ਕੰਮ ਹੈ ਔਰ ਨਹੀਂ ਹੋ ਰਿਹਾ, ਇਹਦੇ ਬਾਰੇ ਚੈੱਕ ਕਰੋ। ਜ਼ਰੂਰੀ ਨਹੀਂ ਕਿ ਅਸੀਂ ਕੋਈ ਕਾਰਵਾਈ ਕਰਨੀ ਆ, ਅਸੀਂ ਇੱਕ ਹੈਲਪਿੰਗ ਹੈਂਡ ਵੀ ਤਾਂ ਹੈ। ਬਿਲਕੁਲ ਸਹੀ। ਵੈਸੇ ਇਹ ਜਿਹੜਾ ਬਾਹਰ ਜਾਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਚੀਜ਼ ਹੋਵੇ, ਚਾਹੇ ਉਹ ਕਹਿ ਲਓ ਕਿ ਵੀ ਬਰਥ ਸਰਟੀਫਿਕੇਟ ਚਾਹੀਦਾ, ਪਤਾ ਲੱਗ ਜੇ ਸਹੀ ਵੀ ਇਹ ਕਾਗਜ਼ ਐਮਬੈਸੀ ਥਰੂ ਬਾਹਰ ਜਹਾਜ਼ 'ਤੇ ਚੜ੍ਹਨ ਦੇ ਲਈ ਜ਼ਰੂਰੀ ਹੈ ਜਾਂ ਜਹਾਜ਼ ਤੋਂ ਉਤਰਨ ਦੇ ਲਈ ਜ਼ਰੂਰੀ ਹੈ, ਉਹਦੇ ਤਾਂ ਹਰੇਕ ਥਾਂ 'ਤੇ ਦੁਕਾਨਦਾਰੀ ਚੱਲ ਪਈ। ਉਹਦੇ ਲਈ ਫਿਰ ਕਿੱਥੇ ਜਾ ਕੇ ਬੰਦਾ ਟੱਕਰਾਂ ਮਾਰੇ? ਦੇਖੋ, ਜੇ ਆਪਾਂ ਸੋਚ ਹੀ ਇਹ ਰੱਖ ਲਵਾਂਗੇ, ਜਿਵੇਂ ਹਰੇਕ ਬੰਦੇ ਦੀ ਸੋਚ ਬਣੀ ਹੋਈ ਆ ਕਿ ਜੇ NRI ਦਾ ਕੰਮ ਆ ਗਿਆ ਮਤਲਬ ਕਿ ਪੈਸੇ, ਸਿੱਧੇ ਤੌਰ ਤੇ ਗੱਲ ਕਰੀਏ ਜੀ। ਜੇ ਸੋਚ ਹੀ ਜਿਹੀ ਰੱਖ ਲਈ ਆ ਕਿ ਆਪਾਂ ਇਹ ਸੋਚ ਲਈਏ ਕਿ NRI ਦਾ ਕੰਮ ਆ ਤੇ ਮੈਂ ਲੈ ਕੇ ਚੱਲਾਂ, ਮੇਰੇ ਭਰਾ ਦਾ ਕੰਮ ਆ ਜਿਹੜਾ ਕੈਨੇਡਾ ਬੈਠਾ, ਮੈਂ ਲੈ ਕੇ ਚੱਲਿਆ ਤੇ ਮੇਰੀ ਜੇਬ 'ਚ ਇੰਨੇ ਪੈਸੇ ਹੋਣੇ ਚਾਹੀਦੇ ਫਿਰ ਕੰਮ ਹੋਣਾ, ਫਿਰ ਤਾਂ ਇਹਦਾ ਕੋਈ ਅੰਤ ਨਹੀਂ, ਫਿਰ ਤਾਂ ਸਾਡੀ ਜ਼ੋਰ ਲਾਏ ਦਾ ਵੀ ਕੋਈ ਫਾਇਦਾ ਨਹੀਂ ਹੈ। ਜੀ। ਜਦ ਤੱਕ ਤੁਸੀਂ ਆਪਣੀ ਸੋਚ, ਸਾਰਾ ਕੁਝ ਤਾਂ ਸੋਚ ਤੇ ਮਨਸਰ ਕਰਦਾ। ਜਿਸ ਤਰ੍ਹਾਂ ਦੀ ਸੋਚ ਹੋਏਗੀ, ਜਿਸ ਤਰ੍ਹਾਂ ਦੀ ਪੋਜ਼ਿਟਿਵਿਟੀ ਨਾਲ ਤੁਸੀਂ ਚੱਲੋਗੇ ਘਰੋਂ ਕੰਮ ਕਰਾਉਣ ਲਈ, ਜੀ। ਸੋ ਸਾਧਨ ਹੋਰ ਵੀ ਨੇ। ਜ਼ਰੂਰੀ ਨਹੀਂ ਕਿ ਚੈੱਕ ਐਂਡ ਬੈਲੈਂਸ, ਜਿਵੇਂ ਸਾਡਾ ਸੰਵਿਧਾਨ ਕਹਿੰਦਾ, ਸੰਵਿਧਾਨ ਦੇ ਵਿੱਚ ਕੀ 3 ਚੀਜ਼ਾਂ ਦੱਸੀਆਂ। ਸੰਵਿਧਾਨ ਦੇ ਵਿੱਚ ਇੱਕ ਲੈਜਿਸਲੇਚਰ ਹੈ, ਇੱਕ ਐਗਜ਼ੈਕਟਿਵ ਹੈ, ਇੱਕ ਜੁਡੀਸ਼ਰੀ ਹੈ। ਜੀ। ਬਿਲ ਫਰਜ਼ ਐਗਜ਼ੈਕਟਿਵ ਜਿਹੜਾ ਆਪਣੀ ਤਰੀਕੇ ਨਾਲ ਸਹੀ ਕੰਮ ਨਹੀਂ ਕਰ ਰਿਹਾ, ਉਹਦੇ ਚੈੱਕ ਐਂਡ ਬੈਲੈਂਸ ਕਰਨ ਲਈ 2 ਹੋਰ ਪਿੱਲਰ ਨੇ। ਸੋ ਸਾਰੇ ਪਿੱਲਰ ਜਿਹੜਾ ਹੈਗਾ ਉਹ ਆਪਣਾ ਭੂਮਿਕਾ ਨਿਭਾਉਣ, ਕਿਸੇ ਨੂੰ ਦੂਸਰੇ ਨੂੰ ਚੈੱਕ ਕੀਤਾ, ਕ੍ਰਾਸ ਐਂਡ ਚੈੱਕ ਹੈ। ਸੋ ਇਸ ਕਰਕੇ ਘਬਰਾਉਣ ਦੀ ਲੋੜ ਨਹੀਂ, ਢੇਰੀ ਢਾਉਣ ਦੀ ਲੋੜ ਨਹੀਂ ਵੀ ਸਾਨੂੰ ਇਹ ਹੋਏਗਾ ਹੀ ਹੋਏਗਾ। ਜੇ ਹੁੰਦਾ ਤਾਂ ਫਿਰ ਅਸੀਂ ਬੈਠੇ ਹਾਂ। ਨਹੀਂ, ਮੇਰਾ ਸਵਾਲ ਇਹ ਦੂਸਰੇ ਪੱਖ ਤੋਂ ਸੀ ਵੀ ਜਿਹੜੇ ਬੰਦੇ ਕੁਰਸੀ ਤੇ ਬੈਠੇ ਨੇ ਜੀ, ਉਹਨਾਂ ਦੇ ਕੋਲ ਜਦੋਂ ਕਾਗਜ਼ ਆ ਜਾਂਦੇ ਤੇ ਉਹਨਾਂ ਦੀ ਸਾਈਕੀ ਬਣ ਚੁੱਕੀ ਹੈ ਵੀ ਯਾਰ ਇਹਦੇ 'ਚ ਕੋਈ ਗੱਲ ਨਹੀਂ, ਛਕੋ। ਕਿਉਂਕਿ ਮੈਂ ਇਹ ਨਹੀਂ ਕਹਿੰਦਾ ਵੀ ਮੰਨ ਲਓ ਅਗਲਾ ਬੰਦਾ ਜਿਹੜਾ ਬੰਦਾ ਨਹੀਂ ਦੇਣ ਨੂੰ ਤਿਆਰ, ਉਹਦੇ ਕੋਲੋਂ ਨਹੀਂ ਵੀ ਲੈਂਦੇ ਪੈਸੇ, ਪਰ ਇੱਕ ਵਾਰ ਉਹ ਚੈੱਕ ਤੇ ਹਰੇਕ ਨੂੰ ਕਰਦੇ ਨਾ ਵੀ ਕਿੱਦਾਂ ਟੀਕਾ ਲਾ ਕੇ ਦੇਖੀਏ ਭਲਾ ਚੱਲਦਾ ਕਿ ਨਹੀਂ। ਫਿਰ ਉਹੀ ਗੱਲ ਕਰ ਰਿਹਾ ਜੀ, ਜਿਹਨੂੰ ਟੀਕਾ ਲੱਗਿਆ ਸੀ ਵੀ ਉਹਦੀ ਨਿਕਲਣੀ ਆ, ਚੀਕ ਵੀ ਉਹਦੀ ਨਿਕਲੇਗੀ। ਤੇ ਜੇ ਚੀਕ ਸਾਡੇ ਤਾਈਂ ਪਹੁੰਚਾਏਗਾ ਤਾਂ ਅਸੀਂ ਕਾਰਵਾਈ ਕਰਾਂਗੇ, ਤੇ ਜੇ ਚੀਕ ਉਹਨੇ ਆਪਣੇ ਤਾਈਂ ਸਮੇਟ ਲਈ, ਟੀਕਾ ਵੀ ਲੱਗ ਗਿਆ ਤੇ ਚੀਕ ਵੀ ਦੱਬ ਘੁੱਟ ਲਈ, ਬੋਲਿਆ ਹੀ ਨਾ, ਉਦੋਂ ਬੋਲਿਆ ਜਦੋਂ ਬਾਹਰੋਂ ਫੋਨ ਆਇਆ ਵੀ ਭਾਜੀ ਮੇਰੇ ਕੋਲ ਤਾਂ ਲੈ ਲੈ, ਫਿਰ ਕੋਈ ਫਾਇਦਾ ਨਹੀਂ ਸਾਡੇ। ਜ਼ਰੂਰ ਅਪਰੋਚ ਕਰਨ। ਦੇਖੋ, ਤੁਸੀਂ ਕੁਛ ਗੱਲ ਦੱਸੋਗੇ ਤਾਂ ਕਾਰਵਾਈ ਹੋਏਗੀ, ਨਹੀਂ ਦੱਸੋਗੇ ਤੇ ਕਾਰਵਾਈ ਹੋਣਾ ਸੰਭਵ ਨਹੀਂ ਹੈ। ਪਰ ਹਾਂ, ਜਿਸ ਤਰੀਕੇ ਨਾਲ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਹਾਂ, ਚਾਹੇ ਅਵੇਅਰਨੈਸ ਵੀਕ ਹੋਵੇ, ਚਾਹੇ ਉੱਦਾਂ ਵੀ ਅਸੀਂ ਆਪਣੇ ਇੰਟਰੈਕਟ ਕਰਦੇ ਰਹਿੰਦੇ ਹਾਂ, ਜਾਂ ਇਹ ਕਹਿ ਲਓ ਕਿ ਸਾਡੀ ਆਪਣੀਆਂ ਕਾਰਵਾਈਆਂ ਚੱਲਦੀਆਂ ਰਹਿੰਦੀਆਂ, ਜਿਹਦੇ ਕਰਕੇ ਜਿਹੜੇ ਕੁਛ ਪਰਸੈਂਟੇਜ ਇਹੋ ਜਿਹੇ ਆ ਜਿਹੜੇ ਕਿ ਇੱਦਾਂ ਦੀ ਸੋਚ ਰੱਖਦੇ ਆ, ਉਹਨਾਂ ਨੂੰ ਇਸ ਗੱਲ ਦਾ ਡਰ ਰਹਿੰਦਾ, ਕਿ ਸਾਡੇ ਖਿਲਾਫ ਕਾਰਵਾਈ ਹੋ ਸਕਦੀ ਹੈ। ਔਰ ਕਾਨੂੰਨਨ ਕਾਰਵਾਈ ਆ। ਬਿਲਕੁਲ ਸਹੀ। ਵਿਭਾਗੀ ਕਾਰਵਾਈ ਤਾਂ ਫਿਰ ਵੀ ਛੋਟੀ ਹੁੰਦੀ ਹੈ, ਕਾਨੂੰਨਨ ਕਾਰਵਾਈ ਆ। ਚਲ ਸਾਹਿਬ, ਆਪਣੇ ਤੌਰ 'ਤੇ ਤੁਸੀਂ ਕੋਈ ਗੱਲ ਇਹਦੇ ਵਿੱਚ ਕਹਿਣੀ ਚਾਹੋ, ਕੋਈ ਮੈਸੇਜ ਮੈਂ ਪੁੱਛਣੋਂ ਰਹਿ ਗਿਆ ਹੋਵੇ ਜਾਂ ਤੁਸੀਂ ਕੁਝ ਕਹਿਣਾ ਚਾਹੋ ਤਾਂ ਜ਼ਰੂਰ ਤੁਸੀਂ ਕਹਿ ਲਓ। ਉਸ ਤੋਂ ਬਾਅਦ ਫਿਰ ਕੋਈ ਸਵਾਲ ਮੇਰੇ ਦਿਮਾਗ 'ਚ ਉਹ ਵੀ ਪੁੱਛਦਾ ਜੀ। ਦੇਖੋ, ਕਰਪਸ਼ਨ ਇਕੱਲਿਆਂ ਸਾਡੇ, ਜੇ ਕਹਿ ਲਓ ਕਿ ਕਰਪਸ਼ਨ ਨੂੰ ਰੋਕਣਾ ਆ, ਆਪਾਂ ਆਪਣੀ ਜ਼ਿੰਮੇਵਾਰੀ ਨਾਲ ਰੋਕਣਾ, ਅਤੇ ਇਕੱਲਾ ਅਸੀਂ ਜ਼ੋਰ ਲਾ ਲਈਏ ਵਿਜੀਲੈਂਸ ਬਿਊਰੋ ਜਾਂ ਸਰਕਾਰ ਵੱਲੋਂ ਕੋਈ ਵੀ ਏਜੰਸੀ ਜਿਹੜੀ ਹੈਗੀ ਐਂਟੀ ਕਰਪਸ਼ਨ ਆ, ਇਹ ਸੰਭਵ ਨਹੀਂ ਹੈਗਾ ਜਦ ਤੱਕ ਲੋਕ ਸਾਨੂੰ ਸਹਿਯੋਗ ਨਾ ਦੇਣਗੇ। ਔਰ ਲੋਕਾਂ ਦੀ ਕੀ ਧਾਰਨਾ ਬਣ ਚੁੱਕੀ, ਜਿੱਦਾਂ ਪਹਿਲਾਂ ਗੱਲ ਕਰ ਲਈ ਆ ਕਿ ਲੋਕ ਹਰੇਕ ਚੀਜ਼ ਨੂੰ ਨੈਗੇਟਿਵਿਟੀ ਨਾਲ ਦੇਖਣਾ ਸ਼ੁਰੂ ਕਰਤਾ ਜੀ। ਉਹਦਾ ਅਸਰ ਜਿਹੜਾ ਹੈਗਾ, ਮਤਲਬ ਨੈਗੇਟਿਵਿਟੀ ਕ੍ਰੀਏਟ ਹੋਣ ਦਾ ਅਸਰ, ਮੈਂ ਸਮਝਦਾ ਕਿ ਬਹੁਤ ਸਾਰਾ ਅਸਰ ਜਿਹੜਾ ਹੈਗਾ ਜੋ এনवायरमेंट ਸਾਨੂੰ ਦੇ ਰਿਹਾ, ਉਹ ਅੱਗੇ ਅਸੀਂ ਆਪਣੇ ਵਿਰਸੇ 'ਚੋਂ ਲੈਂਦੇ ਸੀਗੇ ਜੀ। ਦਾਦਾ ਦਾਦੀ, ਨਾਨਾ ਨਾਨੀ, ਮਾਂ ਬਾਪ, ਮਾਮੀ, ਭੂਆ, ਇਹ ਸਾਡੇ ਕੋਲ ਵਿਰਸੇ 'ਚ ਚੀਜ਼ਾਂ ਆਉਂਦੀਆਂ ਸੀ ਕਿ ਉਹ ਕਿੱਦਾਂ ਦਾ ਸਾਨੂੰ ਪੜ੍ਹਾਉਂਦੇ ਅਤੇ ਉਹ ਕਿੱਦਾਂ ਦੀਆਂ ਗੱਲਾਂ ਕਰਦੇ। ਉਹ ਵਿਰਸੇ ਵਾਲਾ ਬੰਦਾ ਕਹਿੰਦੇ ਖਾਨਦਾਨੀ ਆ, ਖਾਨਦਾਨੀ ਗੱਲ ਕਰਦਾ। ਹੁਣ ਜਿਹੜਾ ਖਾਨਦਾਨੀ ਵੀ ਹੈ ਜਾਂ ਚੰਗੀ ਗੱਲ ਸਿੱਖਣ ਵਾਲਾ ਵੀ ਹੈ, ਉਹਦੇ 'ਤੇ
ਸੋਸ਼ਲ ਮੀਡੀਆ ਦੇ ਅਲੱਗ-ਅਲੱਗ ਮੋਡਸ ਜਿਹੜੇ ਹੈਗੇ ਆ ਉਹਨਾਂ ਨੇ ਇੰਨਾ ਕੁ ਪ੍ਰਭਾਵ, ਇੰਨਾ ਕੁ ਜ਼ੋਰ ਪਾਤਾ, ਉਹ ਜਿਹੜੀਆਂ ਸੋਸ਼ਲ ਵੈਲਿਊਜ਼ ਹੈਗੀਆਂ, ਜਿਹੜੀਆਂ ਖਾਨਦਾਨੀ ਜਿਹੜੀਆਂ ਕਦਰਾਂ ਕੀਮਤਾਂ, ਉਹ ਕਿਤੇ ਗਵਾਚ ਗਈਆਂ ਜੀ। ਕਦਰਾਂ ਕੀਮਤਾਂ ਕਿਹਦੀਆਂ ਰਹਿ ਗਈਆਂ? ਜੋ ਤੁਹਾਨੂੰ ਸੋ ਕਾਲਡ ਝੂਠ ਦੱਸਿਆ ਜਾ ਰਿਹਾ, ਜੋ ਝੂਠ ਪਰੋਸਿਆ ਜਾ ਰਿਹਾ। ਬਿਲਕੁਲ। ਸੋ ਇਹਦੇ ਚੋਂ ਨਿਕਲਣ ਦੀ ਲੋੜ ਆ। ਸਾਡੀ ਤਾਂ ਗੁਜ਼ਾਰਿਸ਼ ਹੈ ਕਿ ਇਸ ਚੀਜ਼ ਚੋਂ ਨਿਕਲੋ, ਅਸਲੀਅਤ ਨੂੰ ਜਾਣੋ ਕਿ ਸਾਡੇ ਨਾਲ ਵਾਕਈ ਧੋਖਾ ਹੋ ਰਿਹਾ। ਜੇ ਧੋਖਾ ਹੋ ਰਿਹਾ ਤੇ ਫਿਰ ਸਾਡੇ ਕੋਲ ਜ਼ਰੂਰ ਅਪਰੋਚ ਕਰੋ। ਅੱਛਾ, ਮੈਂ ਜਿਹੜਾ ਸਵਾਲ ਤੁਹਾਨੂੰ ਪੁੱਛਣ ਲੱਗਿਆ ਸੀ ਉਹ ਇਹ ਹੈ ਕਿ ਵੀ ਆਮ ਸੜਕ ਦੇ ਉੱਪਰ ਜਾਂਦਿਆਂ ਮੰਨ ਲਓ ਹੋਰ ਕੁਛ ਨਹੀਂ, ਨਾਕੇ ਤੇ ਜਨਾਬ ਹੀ ਘੇਰ ਲੈਂਦੇ ਆ, ਉਦੋਂ ਜੇ ਤਾਂ ਕਾਗਜ਼ ਪੂਰੇ ਫਿਰ ਤੁਸੀਂ ਬਚ ਗਏ, ਪਰ ਜਦੋਂ ਪਤਾ ਵੀ ਹੈ ਨਹੀਂ ਗੇ ਤੇ ਫਿਰ ਜਨਾਬ ਨੂੰ ਆਪ ਹੀ ਆਫਰ ਕਰਨਾ ਸ਼ੁਰੂ ਕਰ ਦਿੰਦੇ ਬੰਦੇ। ਇਹ ਜਿਹੜਾ ਆਪ ਰਿਸ਼ਵਤ ਦੇਣ ਦੀ ਜਾਂ ਆਫਰ ਕਰਨੀ ਹੈ, ਇਹ ਵੀ ਤੇ ਅਪਰਾਧ ਨਹੀਂ ਹੈ ਜੀ? ਬਿਲਕੁਲ ਅਪਰਾਧ ਹੈ। ਮੈਨੂੰ ਇਹ ਵੀ ਦੱਸ ਦਿਓ। ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਵਿੱਚ ਕਿਸੇ ਨੂੰ ਆਫਰ ਕਰਨਾ ਜੇ ਇਹ ਸਾਬਤ ਹੋ ਜਾਂਦਾ ਤਾਂ ਓਨਾ ਹੀ ਉਹਦੇ 'ਚ ਦੰਡ ਆ ਜਿੰਨਾ ਕਿ ਲੈਣ ਵਾਲੇ ਨੂੰ ਹੈਗਾ। ਸੋ ਸਾਡੇ ਕੋਲ ਰੇਅਰ ਕੇਸ ਆ, ਵੈਸੇ ਇੱਦਾਂ ਬਹੁਤ ਜ਼ਿਆਦਾ ਨਹੀਂ ਆਉਂਦੇ ਹੈਗੇ, ਸਾਬਤ ਕਰਨਾ ਬੜਾ ਔਖਾ ਹੁੰਦਾ। ਜੀ ਜੀ। ਅਸੀਂ ਇਹਦੇ ਬਾਰੇ ਪ੍ਰਮੋਟ ਕਰਦੇ ਹਾਂ, ਆਪਣੇ ਜਿਹੜੇ ਆਫੀਸਰ ਹੈਗੇ ਆ ਜਾਂ ਸਾਡੇ ਕਰਮਚਾਰੀ ਹੈਗੇ ਆ ਉਹਨਾਂ ਨੂੰ ਅਸੀਂ ਪ੍ਰਮੋਟ ਕਰਦੇ ਹਾਂ, ਉਹਨਾਂ ਨੂੰ ਕਹਿੰਦੇ ਹਾਂ, ਉਹਨਾਂ ਨੂੰ ਲਿਖ ਕੇ ਵੀ ਹਦਾਇਤ ਕਰਦੇ ਹਾਂ, ਉਹਨਾਂ ਨੂੰ ਅਲੱਗ-ਅਲੱਗ ਮੀਟਿੰਗਸ ਵਿੱਚ ਵੀ ਹਦਾਇਤਾਂ ਕਰਦੇ ਹਾਂ ਕਿ ਜੇਕਰ ਤੁਸੀਂ ਇਮਾਨਦਾਰੀ ਨਾਲ ਕੰਮ ਕਰਦੇ ਆ ਤੇ ਲੋਕਾਂ ਦਾ ਜਿਹੜਾ ਚਾਲ ਚੱਲਣਾ ਤੁਹਾਡੇ ਨਾਲ ਇਸ ਤਰ੍ਹਾਂ ਦਾ ਬਣ ਗਿਆ ਕਿ ਆਉਂਦਿਆਂ ਹੀ ਗਲਤ ਕੰਮ ਲਈ ਅਪਰੋਚ ਕਰਦੇ ਔਰ ਆਫਰ ਕਰ ਰਹੇ ਆ, ਤੇ ਫਿਰ ਤੁਸੀਂ ਵੀ ਚੁੱਪ ਨਾ ਰਹੋ, ਤੁਸੀਂ ਵੀ ਦੱਸੋ। ਉਹ ਵੀ ਦੱਸ ਸਕਦਾ ਪਿੱਛੇ ਸਾਨੂੰ ਕਿ ਜੀ ਮੈਂ ਕੰਮ ਤਾਂ ਇਮਾਨਦਾਰੀ ਨਾਲ ਕਰਨਾ ਚਾਹੁੰਦਾ ਔਰ ਪਰ ਮੈਨੂੰ ਆਫਰ ਹੋ ਰਹੀ ਆ, ਤੁਸੀਂ ਟਰੈਪ ਲਾ ਸਕਦੇ। ਉਹ ਰਿਵਰਸ ਟਰੈਪ ਹੈ। ਅੱਛਾ ਜੀ। ਇੱਕ ਟਰੈਪ ਹੁੰਦਾ, ਇੱਕ ਰਿਵਰਸ ਟਰੈਪ ਹੈ। ਉਹ ਰਿਵਰਸ ਟਰੈਪ ਵਿੱਚ ਅਸੀਂ ਆਮ ਆਦਮੀ ਨੂੰ ਵੀ ਫੜ ਸਕਦੇ ਹਾਂ ਕਿ ਉਹਨੇ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਜਾਂ ਰਿਸ਼ਵਤ ਦੀ ਕੋਈ ਟ੍ਰਾਂਜੈਕਸ਼ਨਸ ਹੋ ਰਹੀਆਂ, ਕੋਈ ਸਕੈਂਡਲ ਆ, ਉਹਨੂੰ ਇਨਵੈਸਟੀਗੇਟ ਕਰ ਰਹੇ ਆ। ਉਹਦੇ ਵਿੱਚ ਪਤਾ ਲੱਗ ਜਾਂਦਾ ਕਿ ਇਹਦੇ ਵਿੱਚ ਜਿਹੜਾ ਹੈਗਾ ਆ ਆਮ ਨਾਗਰਿਕ ਨੇ ਜਿਹੜੀ ਹੈਗੀ ਕਿਸੇ ਅਫਸਰ ਨੂੰ ਰਿਸ਼ਵਤ ਆਫਰ ਕੀਤੀ ਔਰ ਉਹਨੇ ਐਕਸੈਪਟ ਕਰ ਲਈ ਆ, ਸਾਬਤ ਹੋ ਜਾਂਦਾ ਤੇ ਦੋਨੋਂ ਕਸੂਰਵਾਰ ਆ, ਆਮ ਨਾਗਰਿਕ ਵੀ ਤੇ ਲੈਣ ਵਾਲਾ ਅਧਿਕਾਰੀ ਵੀ। ਅੱਛਾ, ਹੁਣ ਇਹਦੇ 'ਚ ਇੱਕ ਮੈਨੂੰ ਤੀਸਰਾ ਸਵਾਲ ਦਿਮਾਗ 'ਚ ਹੁਣੇ ਤੁਹਾਡੀਆਂ ਗੱਲਾਂ 'ਚੋਂ ਆ ਗਿਆ ਕਿ ਵੀ ਜੇ ਮੰਨ ਲਓ ਲੈਣ ਵਾਲਾ ਅਫਸਰ ਜਿਹੜਾ ਉਹ ਵੀ ਕਹਿੰਦਾ ਵੀ ਆਉਣ ਦਿਓ, ਜਿਹਨੇ ਕੰਮ ਕਰਾਉਣਾ ਉਹ ਵੀ ਕਹਿੰਦਾ ਆ ਲਓ ਜੀ ਚੱਕੋ, ਪਰ ਇੱਕ ਲਾਗੇ ਖੜਾ ਜਾਂ ਕੋਈ ਉਹਦੇ ਡਿਪਾਰਟਮੈਂਟ ਦਾ ਜਾਂ ਕੋਈ ਹੋਰ ਬੰਦਾ, ਕੋਈ ਚੰਗਾ ਨਾਗਰਿਕ, ਉਹ ਅਵੇਅਰ ਆ, ਉਹ ਕਹਿੰਦਾ ਵੀ ਇਹ ਜੋ ਵੀ ਹੋ ਰਿਹਾ ਠੀਕ ਨਹੀਂ ਹੋ ਰਿਹਾ, ਜੇ ਉਹ ਵੀ ਤੁਹਾਡੇ ਤੱਕ ਸ਼ਿਕਾਇਤ ਲਿਆਵੇ ਤੇ ਉਹਦੀ ਕੋਈ ਇਨਕੁਆਇਰੀ ਹੋ ਸਕਦੀ ਉਸ ਚੀਜ਼ ਦੀ? ਬਿਲਕੁਲ ਹੋ ਸਕਦੀ ਹੈ ਜੀ। ਉਹ ਅਜਿਹੀਆਂ ਸ਼ਿਕਾਇਤਾਂ ਲੋਕ ਵੈਸੇ ਸਾਡੇ ਕੋਲ ਬੇਨਮੀਆਂ ਕਰਦੇ ਆ, ਸਾਡੇ ਟੋਲ ਫਰੀ ਨੰਬਰ 'ਤੇ ਕਾਲ ਕਰ ਦਿੰਦੇ ਆ। ਜੇ ਖੁਦ ਆਉਣਾ ਚਾਹੇ ਤਾਂ ਜੀ ਸਦਕੇ ਸਮਾਂ ਸਾਨੂੰ ਸਾਰੀ ਗੱਲ ਦੱਸ ਲਈ ਉਹਦਾ ਪਤਾ ਲੱਗਦਾ। ਔਰ ਲੋਕ ਦੱਸਦੇ ਆ ਕਈ ਵਾਰੀ ਕਿ ਮੈਂ ਉੱਥੇ ਹਾਜ਼ਰ ਸੀ ਜਾਂ ਮੈਂ ਕੰਨੀ ਸੁਣਿਆ, ਅੱਖੀਂ ਦੇਖਿਆ ਕਿ ਕੰਮ ਬੜਾ ਟੇਢਾ ਸੀਗਾ ਤੇ ਉਹ ਹੋਣ ਵਾਲਾ ਨਹੀਂ ਸੀਗਾ। ਤੁਸੀਂ ਜੇ ਉਹਦੀ ਤਰੁੱਟੀ ਫੜਨੀ ਆ ਜਾਂ ਕੋਈ ਗਲਤੀ ਕੱਢਣੀ ਆ ਤਾਂ ਮੈਂ ਤੁਹਾਨੂੰ ਕਾਗਜ਼ ਕੱਢ ਕੇ ਦੇ ਦਿੰਦਾ। ਉਹ ਆਪ ਹੀ ਕਈ ਵਾਰ ਨਾਲ ਕਾਗਜ਼ ਚੱਕੀ ਫਿਰਦੇ ਹੁੰਦੇ ਆ। ਅੱਛਾ। ਔਰ ਚੰਗੀ ਗੱਲ ਆ, ਮੈਂ ਸਮਝਦਾ ਕਿ ਐਪਰੀਸ਼ੀਏਬਲ ਹੈ ਜੇ ਸਾਡਾ ਬੰਦਾ ਉਹ ਚੱਕ ਕੇ ਆ ਰਿਹਾ, ਕਿਸੇ ਨਾ ਕਿਸੇ 'ਚ ਜਾਗਰਤੀ ਹੈ। ਨਹੀਂ, ਪਰ ਉਸ ਕੇਸ 'ਚ ਫਿਰ ਤੁਹਾਡਾ ਮਹਿਕਮਾ ਕੀ ਕਰਦਾ? ਅਸੀਂ ਉਸ ਕੇਸ ਦੇ ਵਿੱਚ ਪ੍ਰੋਪਰ ਵਿਜੀਲੈਂਸ ਇਨਕੁਆਇਰੀ ਕਰਦੇ ਹਾਂ। ਪਹਿਲਾਂ ਦੇਖਦੇ ਹਾਂ ਕਿ ਇਹ ਕੰਮ ਜਿਹੜਾ ਜਾਇਜ਼ ਤੌਰ 'ਤੇ ਹੋਣ ਵਾਲਾ ਸੀਗਾ, ਇਹ ਨਜਾਇਜ਼ ਤਰੀਕੇ ਨਾਲ ਕਿਸ ਤਰੀਕੇ ਨਾਲ ਹੋਇਆ। ਉਹ 'ਚ ਡਾਕੂਮੈਂਟਰੀ ਐਵੀਡੈਂਸ ਸਾਡੇ ਕੋਲ ਕੀ ਆ, ਡਾਕੂਮੈਂਟਰੀ ਐਵੀਡੈਂਸ ਨੂੰ ਪਹਿਲਾਂ ਲੱਭਿਆ ਜਾਂਦਾ ਹੈਗਾ। ਫਿਰ ਜੇਕਰ ਉਹਦੇ ਕੋਲ ਪਾਸ ਕੋਈ ਇਸ ਤਰ੍ਹਾਂ ਦੀ ਕੋਈ ਹੋਰ ਸਬੂਤ ਹੈ, ਜਿਵੇਂ ਵਾਇਸ ਰਿਕਾਰਡਿੰਗ, ਵੀਡੀਓ ਰਿਕਾਰਡਿੰਗਸ, ਉਹ ਕਰ ਲੈਂਦਾ ਆ। ਜਾਂ ਐਵੀਡੈਂਸ ਇੰਨੀ ਸਟਰੋਂਗ ਆ ਕਿ ਉਹ ਤੋਂ ਬਚਿਆ ਨਹੀਂ ਜਾ ਸਕਦਾ, CCTV ਫੁਟੇਜ ਹੈ ਜਾਂ ਕੋਈ ਗਵਾਹ ਅਜਿਹੇ ਸਟਰੋਂਗ ਨੇ ਜਿਹੜੇ ਦੱਸਦੇ ਕਿ ਸਾਡੇ ਸਾਹਮਣੇ ਟ੍ਰਾਂਜੈਕਸ਼ਨ ਹੋਈ ਹੈ ਔਰ ਟ੍ਰਾਂਜੈਕਸ਼ਨ ਫਲਾਂ ਜਗ੍ਹਾ ਪਈ ਆ। ਸੋ ਬੜੇ ਸਾਰੇ ਸਾਧਨ ਨੇ ਜਿਹਦੇ ਕਰਕੇ ਦੋਨਾਂ ਦੇ ਖਿਲਾਫ ਕਾਰਵਾਈ ਹੋਏਗੀ। ਫਿਰ ਇੱਕ ਨਹੀਂ ਬਚੇਗਾ, ਫਿਰ ਦੋਨੋਂ ਜਾਣੇ ਉਸ ਲਪੇਟੇ 'ਚ ਆਉਣਗੇ। ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਕਰਪਸ਼ਨ ਜਾਂ ਭ੍ਰਿਸ਼ਟਾਚਾਰ ਕਿਸੇ ਵੀ ਤਰ੍ਹਾਂ ਦਾ, ਚਾਹੇ ਉਹ ਅਧਿਕਾਰੀ ਵਾਲੇ ਪਾਸੇ ਹੋ ਰਿਹਾ, ਚਾਹੇ ਬੰਦਾ ਕਰ ਰਿਹਾ, ਚਾਹੇ ਕੋਈ ਆਪਸ 'ਚ ਕਰ ਰਿਹਾ ਅਤੇ ਕੋਈ ਥਰਡ ਪਾਰਟੀ ਦੇਖ ਰਹੀ ਹੈ, ਜੇ ਅਪਰੋਚ ਕੀਤਾ ਜਾਂਦਾ ਵਿਜੀਲੈਂਸ ਬਿਊਰੋ ਨੂੰ ਤਾਂ ਤਰੀਕੇ ਉਸ ਚੀਜ਼ ਨੂੰ ਰੋਕਣ ਦੇ ਸਾਰੇ ਹੈਗੇ। ਬਿਲਕੁਲ ਹੈਗੇ, ਬਿਲਕੁਲ ਹੈਗੇ। ਢਿੱਲੋਂ ਸਾਹਿਬ, ਤੁਸੀਂ ਆਏ, ਫਿਰ ਵੀ ਕੋਈ ਗੱਲ ਲਾਸਟ ਦੇ ਵਿੱਚ ਕਹਿਣੀ ਚਾਹੋ, ਕੋਈ ਸੁਨੇਹਾ ਦੇਣਾ ਚਾਹੋ ਸਾਡੇ ਪਲੇਟਫਾਰਮ ਤੋਂ, ਤਾਂ ਜ਼ਰੂਰ ਦਿਓ ਜੀ। ਦੇਖੋ, ਜਿਹੜਾ ਮੈਂ ਪਹਿਲਾਂ ਸ਼ੁਰੂਆਤੀ ਦੌਰ ਦੇ ਵਿੱਚ ਕਿਹਾ ਸੀਗਾ ਕਿ ਇਹ ਜਿਹੜਾ ਵਿਜੀਲੈਂਸ ਅਵੇਅਰਨੈਸ ਵੀਕ ਮਨਾ ਰਹੇ ਹਾਂ, ਉਹ ਅਸੀਂ ਸਰਦਾਰ ਵੱਲਭ ਭਾਈ ਪਟੇਲ ਜੀ ਦੀ ਯਾਦ ਵਿੱਚ ਉਹਨਾਂ ਦੇ ਜਨਮ ਦਿਨ 'ਤੇ ਮਨਾ ਰਹੇ ਹਾਂ। ਸੋ ਉਹ ਦ੍ਰਿੜਤਾ ਦਾ ਪ੍ਰਤੀਕ ਆ। ਇਹ ਕਿਤੇ ਨਾ ਕਿਤੇ ਸੁਨੇਹਾ ਸਾਰਿਆਂ ਨੂੰ ਵੀ ਇਹਦੇ 'ਚ ਦ੍ਰਿੜ ਰਹਿਣ ਦੀ ਲੋੜ ਆ, ਢਿੱਲੇ ਹੋਣ ਦੀ ਜਾਂ ਇਹ ਕਹਿ ਲਓ ਕਿ ਆਪਣਾ ਸਾਹ ਸੂਤ ਛੱਡਣ ਦੀ ਲੋੜ ਨਹੀਂ ਹੈ ਵੀ ਥੱਕ ਹਾਰ ਕੇ ਬੈਠ ਗਏ ਔਰ ਕਹਿਤਾ ਨਹੀਂ ਜਿੱਦਾਂ ਹੁੰਦਾ ਉੱਦਾਂ ਹੀ ਚੱਲਣ ਦਿਓ। ਇੱਦਾਂ ਨਾ ਚੱਲੋ। ਅਤੇ ਇਹਦੇ ਵਿੱਚ ਸਾਨੂੰ ਵਿਜੀਲੈਂਸ ਬਿਊਰੋ ਨੂੰ, ਪੰਜਾਬ ਸਰਕਾਰ ਨੂੰ ਸਾਨੂੰ ਸਾਥ ਦਿਓ। ਅਸੀਂ ਸਾਥ ਦੇਣ ਨੂੰ ਤਿਆਰ ਹਾਂ, ਅਸੀਂ ਇਨਵੈਸਟੀਗੇਟ ਕਰਨ ਨੂੰ ਤਿਆਰ ਹਾਂ। ਬਿਲਕੁਲ ਸਹੀ। ਢਿੱਲੋਂ ਸਾਹਿਬ, ਤੁਸੀਂ ਸਮਾਂ ਕੱਢਿਆ, ਬਹੁਤ ਧੰਨਵਾਦ। ਧੰਨਵਾਦ।
ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਤੇ ਆਸ ਕਰਦਾ ਕਿ ਗੱਲਾਂ ਬਾਤਾਂ ਸੁਣਨ ਤੋਂ ਬਾਅਦ ਕਾਫੀ ਕੁਝ ਤੁਹਾਡੇ ਮਨ 'ਚ ਕਲੀਅਰ ਹੋਇਆ ਹੋਏਗਾ। ਪਰ ਫਿਰ ਵੀ ਜੇ ਤੁਹਾਡੇ ਮਨ 'ਚ ਇਹੀ ਸਵਾਲ ਨੇ ਕਿ ਕੁਝ ਨਹੀਂ ਬਦਲਣਾ, ਕੁਝ ਨਹੀਂ ਹੋਣਾ, ਤੇ ਫਿਰ ਕੁਝ ਹੋਣਾ ਤਾਂ ਨਹੀਂ ਹੈ, ਕਿਉਂਕਿ ਜੇ ਆਪਾਂ ਕਰਨਾ ਨਹੀਂ ਚਾਹੁੰਦੇ, ਜੇ ਆਪਾਂ ਡਾਂਗ ਫੜ ਕੇ ਖੜਾਂਗੇ ਤੇ ਫਿਰ ਹੀ ਆਪਾਂ ਉਸ ਚੋਰ ਨੂੰ ਰੋਕ ਸਕਦੇ ਹਾਂ ਜਿਹੜਾ ਕਿ ਪੰਜਾਬ ਖਾਲੀ ਕਰ ਰਿਹਾ। ਸੋ ਜ਼ਰੂਰ ਤੁਸੀਂ ਇਹ ਜਿਹੜਾ ਵੈਬਸਾਈਟ ਦੇ ਉੱਪਰ ਲਿੰਕ ਮਿਲਿਆ ਉਹਦੇ 'ਤੇ, ਜਾਂ ਜਿਹੜਾ ਇੱਕ ਟੋਲ ਫ੍ਰੀ ਨੰਬਰ ਹੈ ਉਹਦੇ 'ਤੇ ਸੰਪਰਕ ਕਰੋ ਜੇ ਤੁਹਾਡੇ ਨਾਲ ਕਿਤੇ ਵੀ ਤੁਹਾਨੂੰ ਲੱਗਦਾ ਹੈ ਕਿ ਵੀ ਪੈਸੇ ਮੰਗੇ ਜਾ ਰਹੇ ਜਾਂ ਜਾਣਬੁੱਝ ਕੇ ਤੁਹਾਨੂੰ ਤੰਗ ਕੀਤਾ ਜਾ ਰਿਹਾ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।